ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕੁਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕੇਤਕ ਦਿਵਸ ਬਸੇ ਤਿਹ ਥਾਨਾ। ਸਿੱਖੀ ਮਾਰਗ ਕੋ ਪ੍ਰਗਟਾਨਾ। ਸਤਨਾਮ ਕੋ ਜਾਪ ਜਪਾਇਓ। ਦੇਸ਼ ਕੋ ਮਗ ਤੇ ਸੁਮਗ ਹੈ ਪਾਇਓ। ਕੇਤਕ ਦਿਵਸ ਬਸੇ ਤਿਹ ਥਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਦੀਨਾਨਾਥ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ। ਚਵਰ ਛਤਰ ਸਿੰਘਾਸਨ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਗੁਰੂ ਚਰਨਾਂ ਵਿੱਚ ਸੰਧਿਆ ਦੇ ਸਮੇਂ ਤੋਂ ਜੁੜ ਰਹੇ ਹੋ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਣੇ ਇਸ ਜਨਮ ਨੂੰ ਸਫਲਾ ਕਰ ਰਹੇ ਹੋ। ਧੁਰ ਕੀ ਬਾਣੀ ਦੇ ਜਾਪ ਗ੍ਰੰਥੀ ਸਾਹਿਬ ਦੀ ਰਸਨਾ ਤੋਂ ਆਪ ਨੇ ਸਰਵਣ ਕੀਤੇ। ਬੇਅੰਤ ਸੰਗਤਾਂ ਨੇ ਗੁਰਬਾਣੀ ਪੜ੍ਹ ਕੇ ਸੁਣ ਕੇ ਦਰਸ਼ਨ ਕਰਕੇ ਤਿਲ ਫੁੱਲ ਭੇਟਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸੋ ਇਸ ਦੇ ਨਾਲ ਹੀ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਚੱਲ ਰਹੀ ਹੈ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਸੰਸਾਰ ਦਾ ਉਧਾਰ ਕਰਦੇ ਹੋਏ ਇੱਕ ਐਸੇ ਨਗਰ ਚਲੇ ਗਏ हैं ਜਿਸ ਦੇ ਬਾਰ-ਬਾਰ ਸੋਹਣੇ ਬ੍ਰਿਸ਼ ਦੀ ਠੰਡੀ ਛਾਂ ਦੇ ਕੇ ਉਹਦੇ ਹੇਠਾਂ ਬੈਠ ਗਏ। ਇਹ ਗੁਰੂ ਸਾਹਿਬ ਜੀ ਦਾ ਇੱਕ ਨਿਯਮ ਹੀ ਸੀ
ਵੀ ਜਦੋਂ ਵੀ ਜਿੱਥੇ ਵੀ ਜਾਣਾ, ਸ਼ਹਿਰ ਹੋਵੇ, ਪਿੰਡ ਹੋਵੇ, ਨਗਰ ਹੋਵੇ, ਬਾਰ-ਬਾਰ ਜਾ ਕੇ ਬੈਠਣਾ। ਗੁਰੂ ਸਾਹਿਬ ਜੀ ਇਕਾਂਤ ਵਿੱਚ ਹੀ ਬੈਠਦੇ ਸਨ ਬਹੁਤਾ, ਇੱਥੇ ਵੀ ਜਾ ਬੈਠੇ ਹੈ। ਇੱਥੋਂ ਦੇ ਲੋਕ ਸੁਣ ਕੇ ਵੀ ਬਾਹਰ ਸੰਤ ਮਹਾਤਮਾ ਪੂਰਨ ਆਏ ਹੋਏ, ਜਿਸ ਕਰਕੇ ਦਰਸ਼ਨਾਂ ਲਈ ਬਹੁਤ ਇਕੱਠਿਆਂ ਹੋ ਕੇ ਆਉਣ ਲੱਗੇ। ਗੁਰੂ ਸਾਹਿਬ ਜੀ ਨੇ ਵੀ ਇਹਨਾਂ ਦੀ ਕਲਿਆਣ ਕਰਨ ਵਾਸਤੇ, ਭਲੇ ਵਾਸਤੇ ਕੁਝ ਦਿਨ ਡੇਰਾ ਇਹ ਰੁੱਖ ਦੇ ਹੇਠਾਂ ਕਰ ਰੱਖਿਆ ਔਰ ਨਿਤ ਦਰਸ਼ਨ ਕਰਦੇ ਸੀ। ਪ੍ਰੇਮ ਬਹੁਤਾ ਵੱਧ ਗਿਆ, ਜਿਸ ਕਰਕੇ ਨਗਰ ਦੇ ਲੋਕ ਲੱਕ ਬੰਨ੍ਹ ਕੇ ਸੇਵਾ ਕਰਦੇ ਗੁਰੂ ਦੇ ਹਜ਼ੂਰ। ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਐਸਾ ਆਇਆ, ਇਹਨਾਂ ਲੋਕਾਂ ਨੇ ਆਪੋ ਆਪਣੇ ਘਰਾਂ ਵਿੱਚ ਜਾ ਕੇ ਤਿਆਰੀ ਜੀ ਕਰ ਲਈ ਜਾਣ ਦੀ, ਘਰ ਨੂੰ ਛੱਡਣ ਦੀ। ਜੋ ਲੋੜਵੰਦ ਵਸਤੂਆਂ ਹੈ ਛਕਣ ਛਕਾਉਣ ਵਾਲੀਆਂ, ਕੱਪੜਾ, ਦੱਠਾ, ਭਾਂਡਾ, ਟੀਂਡਾ, ਜੋ ਜ਼ਰੂਰਤਮੰਦ ਹੈ, ਉਹ ਸਾਰਾ ਸਾਜੋ ਸਮਾਨ ਸਮੱਗਰੀ ਗੱਡਿਆਂ ਉੱਪਰ ਲੱਦ ਲਈ ਅਤੇ ਚੱਲਣ ਦੀ ਤਿਆਰੀ ਕਰ ਲਈ। ਗੁਰੂ ਸਾਹਿਬ ਜੀ ਦੇਖ ਕੇ ਕਹਿਣ ਲੱਗੇ ਵੀ ਨਗਰ ਦੇ ਲੋਕੋ, ਕਿ ਤੁਸੀਂ ਅਚਾਨਕ ਅਚਨਚੇਤ ਦੀ ਤਿਆਰੀ ਕਰ ਲਈ, ਵੀ ਕਿੱਥੇ ਚੱਲੇ ਹੋ? ਫਿਰ ਪਰਿਵਾਰਾਂ ਦੇ ਸਹਿਤ ਹੀ ਚੱਲੇ ਹੋ, ਆਪਣਾ ਨਗਰ ਛੱਡ ਕੇ, ਘਰ ਨੂੰ ਉਜਾੜ ਕੇ। ਕੀ ਕਿਸੇ ਰਾਜੇ ਦਾ ਭੈ ਹੋ ਗਿਆ ਜਾਂ ਕੋਈ ਵਿਘਨ ਪੈ ਗਿਆ? ਜੋ ਵੀ ਹੋਇਆ ਸਾਨੂੰ ਦੱਸੋ। ਸਿਆਣੇ ਸਿਆਣੇ ਪੁਰਸ਼ਾਂ ਨੇ ਹੱਥ ਜੋੜ ਕੇ ਕਿਹਾ ਕਿ ਮਹਾਰਾਜ, ਪਤਾ ਨਹੀਂ ਅਚਾਨਕ ਹੀ ਸਾਡੇ ਘਰਾਂ ਨੂੰ ਅੱਗ ਲੱਗ ਜਾਂਦੀ ਹੈ। 6 ਮਹੀਨਿਆਂ ਬਾਅਦ ਇੱਕ ਦਿਨ ਐਸਾ ਹੁੰਦਾ ਜਦੋਂ ਘਰ ਸਾਡੇ ਸੜ ਕੇ ਸਵਾਹ ਹੋ ਜਾਂਦੇ ਆ, ਤਾਂ ਅਸੀਂ ਉਹ ਦਿਨ ਜਾਣ ਕੇ ਇੱਥੋਂ ਚਲੇ ਜਾਂਦੇ ਹਾਂ, ਫਿਰ ਆ ਕੇ ਨਵੇਂ ਘਰ ਬਣਾ ਕੇ ਫਿਰ ਰਹਿੰਦੇ ਹਾਂ। ਸਾਡੀ ਤਾਂ ਇਹ ਬੇਨਤੀ ਆ ਵੀ ਤੁਸੀਂ ਸੰਤ ਹੋ, ਚਲੋ ਸਾਡੇ ਨਾਲ, ਉੱਥੇ ਤੁਹਾਡੀ ਸੇਵਾ ਕਰਾਂਗੇ, ਤੁਹਾਡੇ ਚਰਨਾਂ ਨੂੰ ਪੂਜਾਂਗੇ। ਬਾਕੀ ਮਹਾਂਪੁਰਸ਼ੋ ਤੁਹਾਡੀ ਮੌਜ ਹੈ, ਇੱਛਾ ਦੇ ਅਨੁਸਾਰ ਹੀ ਆਪਣੀ, ਜੇ ਤੁਸੀਂ ਰਹਿਣਾ ਤੇ ਰਹੋ, ਪਰ ਸਾਨੂੰ ਜਾਣਾ ਪਏਗਾ। ਗੁਰੂ ਸਾਹਿਬ ਜੀ ਕਹਿਣ ਲੱਗੇ ਉਪਦੇਸ਼ ਕਰਦੇ ਹੋਏ ਵੀ ਤੁਸੀਂ ਇੰਝ ਕਰੋ, ਘਰ ਛੱਡ ਕੇ ਨਾ ਜਾਓ, ਸਾਡੇ ਬਚਨਾਂ ਨੂੰ ਮੰਨ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰੋ ਅਤੇ ਇੱਥੇ ਬੈਠ ਕੇ ਘਰਾਂ ਵਿੱਚ ਹੀ ਆਪਣੇ ਨਗਰ ਵਿੱਚ ਧਰਮਸ਼ਾਲਾ, ਧਰਮ ਦੀ ਜਗ੍ਹਾ ਸੋਹਣੀ ਬਣਾ ਸਵਾਰ ਕੇ ਬਣਾ ਲਓ। ਆਏ ਗਏ ਸੰਤਾਂ ਦੀ ਸੇਵਾ ਕਰਿਆ ਕਰੋ, ਵਾਹਿਗੁਰੂ ਵਾਹਿਗੁਰੂ ਸਿਮਰਨ ਕਰੋ। ਅਸੀਂ ਬਚਨ ਦਿੰਦੇ ਹਾਂ ਵੀ ਤੁਹਾਡੇ ਨਗਰ ਨੂੰ ਕੋਈ ਨਹੀਂ ਸਾੜ ਸਕੇਗਾ। ਬਾਅਦ 'ਚ ਕੀ ਹੁਣ ਵੀ ਬਚਨ ਦਿੰਦੇ ਹਾਂ ਵੀ ਹੁਣ ਵੀ ਨਹੀਂ ਸੜੇਗਾ, ਤੁਸੀਂ ਇੱਥੇ ਰਹੋ। ਇਹ ਸੁਣ ਕੇ ਬੜੀ ਖੁਸ਼ੀ ਇਹਨਾਂ ਨੂੰ ਹੋਈ ਹੈ। ਨਾਲ ਹੀ ਮਹਾਰਾਜ ਨੇ ਕਹਿ ਦਿੱਤਾ, ਜਿਹੜੀ ਵਾਹਿਗੁਰੂ ਅਕਾਲ ਪੁਰਖ ਦੀ ਸਿੱਖੀ ਹੈ ਨਾ, ਉਹ ਸਿੱਖੀ ਤੁਸੀਂ ਧਾਰਨ ਕਰ ਲਓ। ਇਹ ਵਿਚਾਰੇ ਲੋਕਾਂ ਨੇ ਸੁਣ ਕੇ ਬੜੀ ਛੇਤੀ ਝਟਪਟ ਸਿੱਖੀ ਧਾਰਨ ਕਰ ਲਈ, ਗੁਰੂ ਦੇ ਚਰਨਾਂ ਦੀ ਪੌ ਲੈ ਲਈ। ਫਿਰ ਵੀ ਜਿਹੜਾ ਸੰਸਾ ਸੀ ਗੱਡੇ 'ਚ ਭਰ ਭਰ ਕੇ ਸਮੱਗਰੀ ਦੇ, ਉਹ ਗੁਰੂ ਸਾਹਿਬ ਜੀ ਪਾਸ ਹੀ ਲਿਆ ਰੱਖੇ ਹੈ। ਮਾਈ ਭਾਈ ਕੋਲ ਬੈਠ ਗਏ। ਸੰਗਤ ਇਕੱਠੀ ਵੇਖ ਕੇ ਮਹਾਰਾਜ ਨੇ ਉਪਦੇਸ਼ ਕੀਤਾ ਵੀ ਸਤਿਨਾਮ ਵਾਹਿਗੁਰੂ। ਭਾਈ ਜਪੋ ਬੈਠੇ ਹੋਏ, ਇਹ ਜਪ ਰਹੇ ਸੀ। ਇਹਨਾਂ ਨੂੰ ਇੱਕ ਭਿਆਨਕ ਦੈਂਤ, ਜਿਹੜਾ 6 ਮਹੀਨਾ ਬਾਅਦ ਇਹ ਕੁਝ ਕਰਨ ਆਉਂਦਾ ਸੀ, ਨਗਰ ਸਾੜਨ, ਬੜੇ ਭਿਆਨਕ ਰੂਪ ਵਾਲਾ ਆਇਆ, ਜਿਹਦੇ ਦੰਦ ਬੜੇ ਤਗੜੇ ਤਗੜੇ, ਬਹੁਤ ਆਕਾਰ ਦਾ ਵੱਡਾ ਹੈ। ਉਹ ਵੇਖ ਕੇ ਇਹਨੇ ਗੁੱਸਾ ਕੀਤਾ ਵੀ ਇਹ ਮੇਰੇ ਡਰ ਨਹੀਂ ਇਹਨਾਂ ਰੱਖਿਆ ਹੈ, ਇਸੇ ਥਾਂ ਟਿਕ ਰਹੇ ਆ, ਹੁਣ ਕੋਈ ਨਹੀਂ ਛੱਡਾਂਗਾ, ਸਭ ਖਾ ਖੂ ਜਾਵਾਂਗਾ। ਹੱਥ ਵਿੱਚ ਚਵਾਤੀ ਜੀ ਫੜੀ ਹੋਈ ਸੀ ਅੱਗ ਦੀ। ਇਹ ਜਿਹੜੀ ਨੀਤੀ ਮਾੜੀ ਸੀ, ਗੁਰੂ ਸਾਹਿਬ ਜੀ ਨੇ ਸਾਰੇ ਜੀਵਾਂ ਦਾ ਭਲਾ ਕਰਨ ਵਾਸਤੇ ਉਹ ਇਲਾਕੇ ਦੇ ਨਦਰ ਉਪੱਠੀ ਨਾਲ ਦੇਖਿਆ ਹੈ, ਅਤੇ ਇਹ ਜਿਹੜਾ ਦੈਂਤ ਉੱਥੇ ਮੂਰਛਿਤ ਹੋ ਕੇ ਡਿੱਗ ਪਿਆ। ਇਹ ਤਾਂ ਐਵੇਂ ਡਿੱਗਿਆ ਜਿਵੇਂ ਕੋਈ ਪੁਰਾਤਨ ਬ੍ਰਿਸ਼ ਡਿੱਗਦਾ ਹੈ, ਹਵਾ ਦੀ ਤਿੱਖੀ ਨਾਲ
ਇਵੇਂ ਡਿੱਗ ਪਿਆ ਹੈ। ਇਹ ਜਦੋਂ ਚਰਨਾਂ ਵਿੱਚ ਡਿੱਗਾ ਕਿ ਇਹਦਾ ਸਿਰ ਚਰਨਾਂ ਵਿੱਚ ਹੀ ਆਇਆ। ਗੁਰੂ ਸਾਹਿਬ ਜੀ ਦੀ ਦੀਨਤਾ ਵੇਖ ਕੇ ਬੜੇ ਦਿਆਲਤਾ ਵਿੱਚ, ਕਿਰਪਾਲਤਾ ਵਿੱਚ ਆਏ ਹੈ, ਜਿਸ ਕਰਕੇ ਆਪਣਾ ਚਰਨ ਕਮਲ ਛੁਹਾਇਆ ਹੈ। ਇਹਦੀ ਮੂਰਛਤਾ ਛੁੱਟ ਗਈ। ਜਿਵੇਂ ਕਹਿੰਦੇ ਵੀ ਕਿਸੇ ਨੂੰ ਬੜੇ ਜ਼ਖਮ ਹੋਏ ਹੋਣ, ਸੰਜੀਵਨੀ ਬੂਟੀ ਲਾ ਦਿੱਤੀ ਜਾਏ ਤਾਂ ਉਹਦੀ ਮੂਰਛਾ ਟੁੱਟ ਜਾਂਦੀ। ਐਵੇਂ ਇਹਦੀ ਮੂਰਛਾ ਟੁੱਟ ਗਈ। ਫਿਰ ਕਹਿਣ ਲੱਗਾ, ਮਹਾਰਾਜ ਮੈਂ ਤਾਂ ਐਸਾ ਸੀ ਮਾੜਾ, 6 ਮਹੀਨੇ ਆ ਕੇ ਇਹਨਾਂ ਨੂੰ ਦੁੱਖ ਦੇ ਜਾਂਦਾ ਸੀ, ਕਿਉਂਕਿ ਆਪਣੀ ਈਣ ਮਨਾਉਂਦਾ ਸਾਂ। ਅੱਜ ਜਦੋਂ ਦੇ ਤੁਸੀਂ ਅੱਜ ਇੱਥੇ ਨਗਰ ਵਿੱਚ ਚਰਨ ਪਾ ਦਿੱਤੇ ਸੋਹਣੇ, ਇਹਨਾਂ ਦੀ ਭਲਾ ਹੋ ਗਿਆ, ਇਹ ਤਾਂ ਮੇਰਾ ਵੀ ਮਾਰੇ ਭਲਾ ਹੋ ਗਿਆ, ਹੁਣ ਕਲਿਆਣ ਕਰੋ ਸਾਡੀ ਸਾਰਿਆਂ ਦੀ। ਮਹਾਰਾਜ ਕਹਿਣ ਲੱਗੇ ਵੀ ਤੂੰ ਸਤਿਨਾਮ ਵਾਹਿਗੁਰੂ ਜਪ, ਜਿਹੜੇ ਤੇਰੇ ਜਨਮਾਂ ਜਨਮਾਂ ਦੇ ਪਾਪ ਨਿਵਰਤ ਹੋ ਜਾਣਗੇ। ਇਹਨਾਂ ਲੋਕਾਂ ਨਾਲ ਮਿਲ ਕੇ ਧਰਮ ਦੀ ਜਗ੍ਹਾ ਕਾਇਮ ਕਰ ਲਾ, ਇੱਥੇ ਰਹਿ ਕੇ ਸੇਵਾ ਕਰਿਆ ਕਰ। ਅਤੇ ਤੂੰ ਇੰਝ ਕਰ, ਧਰਮ ਦੀ ਜਗ੍ਹਾ ਵਿੱਚ ਜਿੱਥੇ ਸਾਰੇ ਬੈਠ ਕੇ ਨਾਮ ਜਪਦੇ ਆ, ਉਹਨਾਂ ਵਾਸਤੇ ਜਲ ਜਿਹੜਾ ਭਰ ਕੇ ਲਿਆ ਕੇ ਉਹਨਾਂ ਨੂੰ ਛਕਾਇਆ ਕਰ। ਇਹ ਸੇਵਾ ਲਾ ਦਿੱਤੀ। ਉਸੇ ਤਰ੍ਹਾਂ ਦੀਨ ਮਾਣਾ ਹੋ ਕੇ ਬੜੀ ਸੇਵਾ ਇਹ ਸਾਧ ਸੰਗਤ ਜੀ ਕਰਨ ਲੱਗ ਪਿਆ। ਸਾਰੇ ਵਿਚਾਰਦੇ ਵੀ ਤੇ ਉਹ ਗੱਲ ਹੋ ਗਈ ਆ ਵੀ ਚਿੜੀਆਂ ਦੀ ਸੇਵਾ ਬਾਜ ਕੋਲੋਂ ਕਰਾ ਦਿੱਤੀ ਹੈ। ਦੈਂਤ ਬਾਜ ਸੀ, ਅਸੀਂ ਚਿੜੀਆਂ ਸਾਂ। ਇਹ ਤਾਂ ਉਹ ਗੱਲ ਹੋ ਗਈ ਵੀ ਕਿਹੜੀ ਸ਼ੇਰ ਆ ਜਿਹੜਾ ਬੜਾ ਬਲੀ ਹੁੰਦਾ ਹੈ ਬੱਕਰੀਆਂ 'ਤੇ, ਉਹ ਬੱਕਰੀਆਂ ਦੀ ਪੂਜਾ ਕਰਾ ਦਿੱਤੀ ਹੈ ਕਿਹੜੀ ਸ਼ੇਰ ਤੋਂ। ਗੁਰੂ ਸਾਹਿਬ ਜੀ ਧੰਨ ਹਨ। ਇਹ ਕੁਝ ਸਤਿਗੁਰੂ ਜੀ ਕਰਕੇ ਅਤੇ ਉੱਥੋਂ ਅੱਗੇ ਚਾਲਾ ਮਾਰ ਦਿੱਤਾ ਸੀ। ਇਲਾਕੇ ਨੂੰ ਖੋਟੇ ਰਸਤੇ ਤੋਂ ਢਾਹ ਕੇ ਚੰਗੇ ਰਸਤੇ 'ਤੇ ਪਾ ਦਿੱਤਾ। ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਉਹ ਕੌਤਕ ਕੀਤਾ, ਕਿਉਂਕਿ ਉਹ ਪਰਮਾਤਮਾ ਐਸਾ ਹੈ ਹੀ ਹੈ। ਉਹਦੇ ਹੱਥ ਵਿੱਚ ਹੈ ਸਭ ਕੁਝ ਕਰਨ ਹਾਰ ਕੋ ਕਿਛ ਅਚਰਜ ਨਾਹੇ। ਕਰਨ ਵਾਲੇ ਮਾਲਕ ਨੂੰ ਕੋਈ ਹੈਰਾਨੀ ਨਹੀਂ ਹੈ। ਗਊ ਕੋ ਚਾਰੇ ਸਾਰ ਦੂਲ, ਕੌਡੀ ਕਾ ਲਖ ਭੂਆ ਮੂਲ। ਕੌਡੀਆਂ ਦੇ ਲੱਖਾਂ ਮੁੱਲ ਪਵਾ ਦਿੰਦਾ ਮਾਲਕ, ਅਤੇ ਜਿਨ੍ਹਾਂ ਦੇ ਲੱਖਾਂ ਮੁੱਲ ਉਹਨਾਂ ਦੇ ਘਟਾ ਦਿੰਦਾ ਹੈ। ਜਿਹੜੀਆਂ ਗਾਵਾਂ ਹੈ, ਜਿਹੜਾ ਸ਼ੇਰ ਗਾਂ ਨੂੰ ਛੱਡਦਾ ਨਹੀਂ ਹੈ, ਉਹ ਸ਼ੇਰ ਗਾਵਾਂ ਨੂੰ ਚਾਰਦੇ ਹੈ। ਪਰ ਕਿਵੇਂ ਚਾਰਦੇ? ਜੇ ਪਰਮੇਸ਼ਰ ਦੀ ਮਿਹਰ ਹੋ ਜਾਏ। ਉਹ ਤਾਂ ਮਾਲਕ ਐਸਾ ਹੀ ਹੈ ਵੀ ਕੀੜਾ ਥਾਪ ਦੇ ਪਾਤਸ਼ਾਹੀ, ਰਸਗਰ ਕਰੇ ਸੁਆਹ। ਕੀੜਿਆਂ ਨੂੰ ਪਾਤਸ਼ਾਹੀ ਦੇ ਦਿੰਦਾ ਹੈ, ਬਾਦਸ਼ਾਹ ਦੀ ਬਾਦਸ਼ਾਹੀ ਖੋਹ ਲੈਂਦਾ ਹੈ। ਉਹਦੇ ਐਸਾ ਹੈ ਕਿ ਧਰਤੀ 'ਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਗਿਰਾਵੈ। ਜਲ 'ਤੇ ਥਲ ਕਰ ਥਲ 'ਤੇ ਕੂਆ, ਕੂਪ 'ਤੇ ਮੇਰ ਕਰਾਵੈ। ਭੇਖਾਰੀ 'ਤੇ ਰਾਜ ਕਰਾਵੈ, ਰਾਜਾ 'ਤੇ ਭੇਖਾਰੀ। ਖਲ ਮੂਰਖ 'ਤੇ ਪੰਡਿਤ ਕਰਬੋ, ਪੰਡਿਤ 'ਤੇ ਮੁਗਦਾਰੀ। ਐਸੀ ਉਹਦੇ ਵਿੱਚ ਸਮਰੱਥਾ ਕਲਾ ਹੈ ਜੋ ਗੁਰੂ ਪਿੰਗਲ ਪਰਬਤ ਪਾਰ ਪਰੇ। ਪਿੰਗਲੇ ਪਾਰ ਪੈ ਜਾਂਦੇ, ਖਲ ਚਤਰ ਬਕੀਤਾ ਮੂਰਖ ਬੋਲਣ ਲੱਗ ਪੈਂਦੇ। ਅੰਧਲੇ ਤਿਰਪਵਨ ਸੂਝਿਆ ਗੁਰ ਭੇਟ ਪਨੀਤਾ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਈ ਚੀਤਾ। ਐਸੇ ਪਰਮੇਸ਼ਰ ਦੀ ਜਿਨ੍ਹਾਂ ਨੂੰ ਸੰਗਤ ਹੋ ਜੇ, ਉਹਨਾਂ ਦੇ ਮਨ ਚਿੱਤ ਨਿਰਮਲ ਹੋ ਜਾਂਦੇ ਹੈ। ਗੁਰੂ ਸਾਹਿਬ ਜੀ ਨੇ ਐਸੀ ਕਿਰਪਾ ਕੀਤੀ। ਅੱਗੇ ਵੀ ਇੱਥੇ ਤੇ ਅੱਗ ਦਾ ਪ੍ਰਸੰਗ ਆਇਆ ਹੈ। ਅਗਲਾ ਜਿਹੜਾ ਪ੍ਰਸੰਗ ਆ ਰਿਹਾ ਉੱਥੇ ਇਹੀ ਕੰਮ ਸੀ। ਇਸੇ ਤਰ੍ਹਾਂ ਹੀ 6 ਮਹੀਨੇ ਬਾਅਦ ਸਮੁੰਦਰ ਦਾ ਜਿਹੜਾ ਜਲ ਸੀ ਉਹ ਨਗਰ ਨੂੰ ਡੁਬੋ ਕੇ ਰੁੜ ਕੇ ਲੈ ਜਾਂਦਾ ਸੀ। ਉੱਥੋਂ ਦੇ ਲੋਕ ਵੀ ਵਿਚਾਰੇ ਆਪਣਾ ਡਾਂਗ ਡੇਰਾ ਚੁੱਕ ਕੇ ਤੇ ਚਲੇ ਜਾਂਦੇ ਸਨ। ਫਿਰ ਉਹਨਾਂ 'ਤੇ ਵੀ ਜਿਵੇਂ ਕਿਰਪਾ ਕੀਤੀ ਮਹਾਰਾਜ ਨੇ ਨਾਮ ਦੀ ਕਲਾ ਨਾਲ, ਉਹ ਪ੍ਰਸੰਗ ਅੱਜ ਆ ਰਹੇ ਹੈ। ਜਿਵੇਂ ਵੀ ਕਥਾ ਵਿਚਾਰ ਆਉਂਦੀ ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕੇਤਕ ਦਿਵਸ ਬਸੇ ਤਿਹ ਥਾਨਾ। ਇਸ ਤਰ੍ਹਾਂ ਮਹਾਰਾਜ ਇਹਨਾਂ ਨੂੰ ਉਪਦੇਸ਼ ਕਰਕੇ ਉਸੇ ਥਾਂ 'ਤੇ ਕੁਝ ਕੁ ਦਿਨ ਹੋਰ ਵਸੇ ਹੈ। ਇਹ ਕੱਲ੍ਹ ਵੀ ਆਪਾਂ ਪੜ੍ਹਿਆ ਹੈ। ਉਸ ਥਾਂ 'ਤੇ ਮਹਾਰਾਜ ਕੁਝ ਕੁ ਦਿਨ ਹੋਰ ਵਸੇ ਹੈ। ਸਿੱਖੀ ਮਾਰਗ ਕੋ ਪ੍ਰਗਟਾਨਾ। ਜਿਹੜੀ ਵਾਹਿਗੁਰੂ ਦੀ ਸਿੱਖੀ ਹੈ ਤੇ ਭਾਵ ਭਗਤੀ ਦਾ ਰਸਤਾ ਹੈ ਉਹ ਪ੍ਰਗਟ ਕੀਤਾ ਇਸ ਇਲਾਕੇ ਵਿੱਚ। ਸਤਨਾਮ ਕੋ ਜਾਪ ਜਪਾਇਓ। ਸਾਰਿਆਂ ਨੂੰ ਕਿਹਾ ਵੀ ਭਾਈ ਸਤਨਾਮ ਵਾਹਿਗੁਰੂ ਦਾ ਜਿਹੜਾ ਜਾਪ ਹੈ ਉਹ ਜਪਿਆ ਕਰੋ, ਸਭ ਨੂੰ ਜਪਾਇਆ ਹੈ। ਦੇਸ਼ ਕੁਮਗ ਤੇ ਸਮਗ ਹੈ ਪਾਇਓ। ਜਿਹੜੇ ਖੋਟੇ ਮਾਰਗ ਤੇ ਪਏ ਹੋਏ ਸੀ ਇਲਾਕੇ ਦੇ ਲੋਕ ਸਭ ਨੂੰ ਸ੍ਰੇਸ਼ਟ ਭਾਵ ਭਗਤੀ ਦੇ ਰਸਤੇ ਤੇ ਪਾਇਆ ਹੈ। ਅਨੰਤ ਚਲਨ ਕੀ ਮਨਸਾ ਧਾਰੀ। ਫਿਰ ਗੁਰੂ ਮਹਾਰਾਜ ਜੀ ਨੇ ਵੀ ਹੋਰ ਥਾਂ ਹੁਣ ਭਲਾ ਕਰਨ ਚੱਲੀਏ, ਹੋਰ ਥਾਂ ਚੱਲਣ ਦੀ ਜਿਹੜੀ ਇੱਛਾ ਮਨਸਾ ਧਾਰੀ ਕੀਤੀ ਹੈ। ਸ੍ਰੀ ਨਾਨਕ ਜੀ ਪਰ ਉਪਕਾਰੀ। ਜੋ ਗੁਰੂ ਨਾਨਕ ਸਾਹਿਬ ਜੀ ਆ ਪਰਾਇਆਂ ਦਾ ਪਰਉਪਕਾਰੀ ਹੈ, ਜਿਹੜੇ ਨਹੀਂ ਮੰਨਣ ਵਾਲੇ ਉਹਨਾਂ ਦਾ ਵੀ ਭਲਾ ਹੀ ਕਰਨ ਵਾਲੇ ਹਨ ਗੁਰੂ ਮਹਾਰਾਜ। ਵਿਦਾ ਹੋਏ ਤਿਨ ਤੇ ਪ੍ਰਸਥਾਨੇ। ਐਵੇਂ ਉਹ ਨਗਰ ਦੇ ਲੋਕਾਂ ਤੋਂ ਬੜੇ ਪਿਆਰ ਨਾਲ ਵਿਦਾ ਹੋ ਕੇ ਸਤਿਗੁਰੂ ਜੀ ਚੱਲ ਪਏ। ਪਹੁੰਚੇ ਸਿੰਧ ਤੀਰ ਇੱਕ ਥਾਨੇ। ਸਮੁੰਦਰ ਦੇ ਕਿਨਾਰੇ ਇੱਕ ਸੋਹਣੇ ਸਥਾਨ ਤੇ ਜਾ ਪਹੁੰਚੇ ਗੁਰੂ ਸਾਹਿਬ। ਤਹ ਇੱਕ ਗ੍ਰਾਮ ਦੇਖ ਜਗ ਸਾਈ। ਉੱਥੇ ਸਮੁੰਦਰ ਦੇ ਕਿਨਾਰੇ ਇੱਕ ਨਗਰ ਪਿੰਡ ਵਸਦਾ ਸੀ। ਉਸ ਨਗਰ ਨੂੰ ਵੇਖ ਕੇ ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਤਰ ਕੇ ਤਰ ਬੈਠੇ ਸੁਠ ਥਾਈ। ਇੱਕ ਬ੍ਰਿਸ਼ ਸੋਹਣਾ ਵੇਖ ਕੇ ਉਹਦੀ ਜਿਹੜੀ ਠੰਡੀ ਛਾਂ ਹੈ ਸੋਹਣੀ ਬ੍ਰਿਸ਼ ਦੇ ਹੇਠਾਂ ਥਾਂ ਵੇਖ ਕੇ ਜਾ ਬੈਠੇ ਗੁਰੂ ਮਹਾਰਾਜ। ਛਠੇ ਮਹੀਨੇ ਸਿੰਧ ਤਰੰਗਾ। ਇੱਧਰ ਵੀ ਜਿਵੇਂ ਉੱਧਰ ਦੇ 6 ਮਹੀਨਿਆਂ ਬਾਅਦ ਵੀ ਉਹ ਕੋਈ ਆਉਂਦਾ ਸੀ ਦੈਂਤ ਤੇ ਅੱਗ ਜੀ ਲਾ ਕੇ ਲੋਕਾਂ ਨੂੰ ਦੁਖੀ ਕਰਕੇ ਸਾੜ ਕੇ ਗਾਂਹ ਜਾਂਦਾ ਸੀ। ਇੱਧਰ ਜਿਹੜਾ ਸਮੁੰਦਰ ਹੈ ਇਹਦੀਆਂ ਜਿਹੜੀਆਂ ਲਹਿਰਾਂ ਹੈ ਤਰੰਗਾਂ ਹੈ ਉਹ 6 ਮਹੀਨੇ ਉੱਠਦੀਆਂ ਹਨ। ਦੇ ਤੜੜਾਏ ਗ੍ਰਾਮ ਜਲ ਸੰਗਾ। ਦੇਤ ਰੜਾਏ ਇਹ ਜਲ ਦੇ ਨਾਲ ਪਾਣੀ ਦੇ ਨਾਲ ਸਾਰਾ ਪਿੰਡ ਨੂੰ ਰੋੜ ਕੇ ਲੈ ਜਾਂਦਾ ਸੀ ਇਹ ਸਮੁੰਦਰ ਦੀਆਂ ਛੱਲਾਂ। ਦੋਏ ਦਿਵਸ ਤਬ ਤਹਾਂ ਬਿਤਾਏ। ਗੁਰੂ ਸਾਹਿਬ ਜੀ ਨੇ ਜਦੋਂ 2 ਕੁ ਦਿਨ ਤਦੋਂ ਉੱਥੇ ਬਿਤਾਏ ਹੈ। ਇਹ ਤਪ ਦੀ ਥਾਂ ਜਿਹੜਾ ਜਪ ਪਾਠ ਵੀ ਆ ਜਾਂਦਾ ਹੈ ਵੀ ਜਦੋਂ ਮਹਾਰਾਜ ਨੇ 2 ਕੁ ਦਿਨ ਉੱਥੇ ਲੰਘਾਏ ਹੈ। ਨਰ ਤਬ ਚੱਲੇ ਅਪਰ ਹੀ ਥਾਏ। ਜਿਹੜੇ ਵਿਚਾਰੇ ਲੋਕ ਰਹਿਣ ਵਾਲੇ ਸੀ ਪਿੰਡ ਵਿੱਚ ਉਸ ਵੇਲੇ ਆ ਹੋਰ ਹੀ ਥਾਂ ਨੂੰ ਚੱਲੇ, ਆਪਣਾ ਸਾਰਾ ਕੁਝ ਹੀ ਬੰਨ ਬੁੰਨ ਕੇ ਆਪਣੀ ਸਰਬ ਸੰਭਾਰ ਸੰਭਾਰੀ। ਆਪਣੀ ਜਿਹੜੀ ਸਾਰੀ ਸੰਭਾਰੀ ਕਹੀਏ ਸੰਭਾਰ ਜਿਹੜੀ ਸਮੱਗਰੀ ਹੈ ਕਿ ਜੋ ਵੀ ਵਿਚਾਰੇ ਖਾਂਦੇ ਖਾਣ ਪੀਣ ਵਾਲਾ ਸਮਾਨ, ਕੱਪੜਾ ਪਾਉਣ ਵਾਲਾ, ਹੋਰ ਬਰਤਨ ਵਰਤਣ ਵਾਲੇ ਜਿਹੜੀਆਂ ਲੋੜਵੰਦ ਚੀਜ਼ਾਂ ਸਨ ਉਹ ਸਾਰੀਆਂ ਨੂੰ ਸੰਭਾਲ ਕਰਕੇ ਗੁਰੂ ਬਿਲੋਕਤ ਗਿਰਾ ਉਚਾਰੀ। ਇਹਨਾਂ ਨੇ ਸਾਰੀ ਆਪਣੀ ਸਮੱਗਰੀ ਸੰਭਾਲੀ ਹੈ। ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਐਵੇਂ ਵੇਖ ਕੇ ਤੇ ਬਚਨ ਕਿਹਾ। ਦੋਹਰਾ ਕਹਾ ਤਿਆਰੀ ਤੁਮ ਕਰੀ। ਗੁਰੂ ਮਹਾਰਾਜ ਕਹਿਣ ਲੱਗੇ ਵੀ ਹੇ ਨਗਰ ਦੇ ਲੋਕੋ ਆ ਤੁਸਾਂ ਨੇ ਵੀ ਕਿੱਧਰ ਤਿਆਰੀ ਕੀਤੀ ਹੋਈ, ਕਿੱਧਰ ਚੱਲ ਪਏ ਹੋ? ਕਿਉਂ ਤਿਆਗਿਓ ਨਿਜ ਗ੍ਰਾਮ। ਜਿਹੜਾ ਤੁਹਾਡਾ ਆਪਣਾ ਪਿੰਡ ਨਗਰ ਹੈ ਇਹ ਵੀ ਤੁਸਾਂ ਨੇ ਕਿਉਂ ਛੱਡ ਦਿੱਤਾ, ਕਿਉਂ ਛੱਡ ਕੇ ਚੱਲੇ ਹੋ? ਸੁਣ ਨਰ ਬੋਲੇ ਤੁਮ ਚਲੋ। ਸੁਣ ਕੇ ਇਹ ਜਿਹੜੇ ਪੁਰਸ਼ ਸਨ ਬੜੇ ਨਿਮਰਤਾ ਭਾਵ ਵਾਲੇ ਇਹ ਬੋਲੇ ਆ, ਕਹਿੰਦੇ ਸੰਤ ਜੀ ਆ ਸਾਡਾ ਬਚਨ ਮੰਨੋ ਤੇ ਤੁਸੀਂ ਵੀ ਨਾਲ ਹੀ ਚੱਲੋ ਸਾਡੇ। ਰਹੋ ਨਾ ਅਬ ਇਹ ਥਾਂ। ਇਹ ਜਿਹੜਾ ਥਾਂ ਹੈ ਤੁਸੀਂ ਹੁਣ ਅਸੀਂ ਕਹਿੰਦੇ ਆ ਵੀ ਨਾ ਹੀ ਰਹੋ। ਚੌਪਈ
ਅਬ ਆਵਹਿਗੀ ਸਾਗਰ ਝਾਲੇ। ਮਹਾਰਾਜ ਕਹਿੰਦੇ ਵੀ ਕਿਉਂ ਨਾ ਰਹੋ, ਕਿਉਂ ਚਲ ਜਾਣਾ ਹੈ, ਕਿਉਂ ਚੱਲੀਏ ਵੀ। ਇਹ ਕਹਿੰਦੇ ਵੀ ਮਹਾਰਾਜ ਆ ਹੁਣੇ ਜਿਹੜੀਆਂ ਸਮੁੰਦਰ ਦੀਆਂ ਛੱਲਾਂ ਆਉਣਗੀਆਂ, ਦੇਹ ਰੁੜਾਏ ਸਦਨ ਜਲ ਨਾਲੇ। ਤੇ ਜਲ ਦੇ ਨਾਲ ਸਾਰੇ ਸਾਡੇ ਜਿਹੜੇ ਘਰ ਹੈ ਉਹ ਸਮੁੰਦਰ ਦੀਆਂ ਛੱਲਾਂ ਰੋੜ ਦੇਣਗੀਆਂ, ਰੋੜ ਕੇ ਲੈ ਜਾਏਗਾ ਸਾਰਾ ਨਗਰ। ਆਏ ਬਹੋਰ ਉਸਾਰਾ ਧਾਮੋ। ਫਿਰ ਅਸੀਂ ਮੁੜ ਕੇ ਵਾਪਸ ਆਵਾਂਗੇ ਤੇ ਜਿਹੜੇ ਆਪਣੇ ਘਰ ਨਵੇਂ ਉਸਾਰਾਂਗੇ, ਬਣਾਵਾਂਗੇ। ਇਹ ਠਾਂ ਰਹਿਣਾ ਨਹੀਂ ਅਬ ਕਾਮੋ। ਇਹ ਜਿਹੜਾ ਨਗਰ ਹੈ ਨਾ, ਇਸ ਥਾਂ ਰਹਿਣਾ ਹੁਣ ਸਾਡਾ ਤੁਹਾਡਾ ਮਾਰਾ ਰਹਿਣਾ, ਜੇ ਰਹੀਏ ਚੰਗਾ ਕੰਮ ਨਹੀਂ ਹੈ। ਸੁਨ ਕੈ ਬੋਲੇ ਭਜਨ ਕਿਰਪਾਲਾ। ਦਿਆਲੂ ਕਿਰਪਾਲੂ ਮਹਾਰਾਜ ਇਹਨਾਂ ਦੇ ਬਚਨ ਸੁਣ ਕੇ ਬੋਲੇ ਐ। ਸਿੱਖੀ ਮਨ ਹਿਰਦਾ ਵਿਸਾਲਾ। ਕਹਿੰਦੇ ਵੀ ਹੇ ਭਾਈ, ਹੇ ਨਗਰ ਦੇ ਲੋਕੋ, ਆ ਜਿਹੜੀ ਵਾਹਿਗੁਰੂ ਪਰਮੇਸ਼ਰ ਦੀ ਸਿੱਖੀ ਹੈ, ਜਿਹੜੀ ਉਸ ਦੀ ਸਿੱਖਿਆ ਹੈ, ਉਹਨੂੰ ਤੁਸੀਂ ਹਿਰਦੇ ਵਿੱਚ ਮੰਨੋ, ਹਿਰਦੇ ਵਿੱਚ ਧਾਰੋ। ਸੁਨ ਉਪਦੇਸ਼ ਭਨਹਾ ਸਤਨਾਮੋ। ਤੇ ਸਾਡਾ ਵੀ ਉਪਦੇਸ਼ ਸੁਣੋ, ਜਿਹੜਾ ਸਤਿਨਾਮ ਵਾਹਿਗੁਰੂ ਦਾ ਜਾਪ ਹੈ ਉਸ ਨੂੰ ਜਪੋ। ਬਹਰ ਨਾ ਗਿਰ ਹੈ ਤੁਮਾਰੇ ਧਾਮ। ਅਸੀਂ ਤੁਹਾਨੂੰ ਬਚਨ ਦਿੰਦੇ ਆ ਵੀ ਜੇ ਤੁਸੀਂ ਸਾਡਾ ਬਚਨ ਮੰਨ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਜਪੋਗੇ, ਤੁਹਾਡੇ ਜਿਹੜੇ ਘਰ ਉਹ ਫਿਰ ਨਹੀਂ ਡਿੱਗਣਗੇ, ਢੱਠਣਗੇ ਨਹੀਂ ਤੁਹਾਡੇ ਘਰ। ਜੋ ਤੁਮ ਕੋ ਨਹਿ ਆਸ ਪਤਿਆਰਾ। ਪਰ ਜੇ ਸਾਡੇ ਬਚਨ ਤੇ ਤੁਹਾਨੂੰ ਫਿਰ ਵੀ ਯਕੀਨ ਨਹੀਂ ਹੈ, ਭਰੋਸਾ ਨਹੀਂ ਹੈ ਐਸਾ, ਅਬ ਕੇ ਜਾਵੋ ਛੋੜ ਅਗਾਰਾ। ਹੁਣ ਦੀ ਵਾਰੀ ਤੁਸੀਂ ਜਿਹੜੇ ਘਰ ਹੈ ਸਾਡੇ ਜੁੰਮੇ ਛੱਡ ਜਾਓ, ਸਾਡੇ ਆਸਰੇ ਛੱਡ ਕੇ ਚਲੇ ਜਾਓ। ਹਮ ਬੈਠੇ ਹੈ ਇਸ ਹੀ ਥਾਏ। ਅਸੀਂ ਜਿਹੜਾ ਹੈ ਵੀ ਇਸੇ ਥਾਂ ਜਿੱਥੇ ਆ ਰੁੱਖ ਦੇ ਹੇਠਾਂ ਬੈਠੇ ਆ, ਇੱਥੇ ਬੈਠੇ ਰਹਾਂਗੇ। ਲਿਹੋ ਸਦਨਾ ਨਿਜ ਬਨੇ ਬਣਾਏ। ਤੇ ਤੁਸੀਂ ਜਿੱਥੇ ਵੀ ਜਾਣਾ ਚਲੇ ਜਾਓ, ਜਦੋਂ ਵਾਪਸ ਆਓਗੇ ਆਪਣੇ ਬਣੇ ਬਣਾਏ ਜਿਹੜੇ ਘਰ ਉਹ ਸਾਡੇ ਤੋਂ ਲੈ ਲਿਓ। ਬਹਰ ਆਏ ਲੀਜਾ ਉਪਦੇਸ਼ੋ। ਜਦੋਂ ਘਰ ਵੇਖੋਗੇ ਬਣੇ ਬਣਾਏ ਤੇ ਮੁੜ ਆ ਕੇ ਜਿਹੜਾ ਸਾਡਾ ਉਪਦੇਸ਼ ਹੈ ਵਾਹਿਗੁਰੂ ਵਾਹਿਗੁਰੂ ਜਪਣ ਦਾ ਉਹ ਲੈ ਲੈਣਾ। ਬਸ ਕਹਿ ਬੈਸ ਰਹੇ ਜਗ ਤੇ ਸੋ। ਇਸ ਤਰ੍ਹਾਂ ਕਹਿ ਕਰਕੇ ਜੋ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਉਹ ਰੁੱਖ ਦੇ ਹੇਠਾਂ ਹੀ ਬੈਠੇ ਰਹੇ ਮੌਜ ਨਾਲ। ਅਪਰ ਥਾਨ ਸੋ ਮਾਨਵ ਗਵਨੇ। ਇਹ ਜਿਹੜੇ ਜਿੰਨੇ ਨਗਰ ਦੇ ਲੋਕ ਜਿਨ੍ਹਾਂ ਤਿਆਰੀ ਕੀਤੀ ਹੋਈ ਸੀ, ਇਹ ਹੋਰ ਥਾਵਾਂ ਨੂੰ ਜਿੱਥੇ ਕਿਤੇ ਜਾ ਕੇ ਟਿਕਦੇ ਹੁੰਦੇ ਸੀ ਵਿਚਾਰੇ, ਸਾਰੇ ਮਨੁੱਖ ਉੱਤਰ ਨੂੰ ਚਲੇ ਗਏ। ਸਿੰਧ ਨਾ ਢਾਹੇ ਸਕਿਓ ਤਿਨ ਭਵਨੇ। ਇੱਧਰੋਂ ਮਗਰੋਂ ਗੁਰੂ ਸਾਹਿਬ ਜੀ ਦੀ ਕਲਾ ਵਰਤ ਗਈ ਵੀ ਸਮੁੰਦਰ ਕਿਹੜਾ ਵੀ ਆਪਣੇ ਆਪ ਬਣਿਆ ਹੈ, ਉਹ ਵੀ ਗੁਰੂ ਮਹਾਰਾਜ ਦੇ ਵੱਸ ਹੈ। ਭੈ ਵਿੱਚ ਹੀ ਸਭ ਕੁਝ ਉਹਦੇ, ਸੂਰਜ ਚੰਦਰਮਾ ਸਮੁੰਦਰ ਨਦੀਆਂ ਬਨਸਪਤੀ ਹਵਾ ਅੱਗ, ਇਹ ਸਭ ਉਹਦੇ ਭੈ ਵਿੱਚ ਹੀ ਹੈ ਨਾ ਗੁਰੂ ਪਰਮੇਸ਼ਰ ਦੇ। ਤੇ ਮਹਾਰਾਜ ਦੇ ਭੈ ਕਰਕੇ ਜਿਹੜਾ ਸਮੁੰਦਰ ਹੈ ਉਹ ਉਹਨਾਂ ਲੋਕਾਂ ਦੇ ਘਰ ਢਾਹ ਹੀ ਨਹੀਂ ਸਕਿਆ, ਕੋਈ ਜ਼ੋਰ ਨਹੀਂ ਚੱਲਿਆ ਉਹਦੀ ਲਹਿਰਾਂ ਦਾ। ਸਮਾਂ ਬਿਤਾਏ ਬਾਹਰ ਨਰ ਆਏ। ਸਮਾਂ ਬਤਾ ਕੇ ਫਿਰ ਲੋਕ ਜਿਹੜੇ ਇਕੱਠੇ ਹੋ ਕੇ ਆ ਪਹੁੰਚੇ ਨਗਰ ਆਪਣੇ। ਸਦਨ ਬਿਲੋਕੇ ਬਨੇ ਬਣਾਏ। ਜਦੋਂ ਆਏ ਹੈ ਤੇ ਕੀ ਕਲਾ ਵਰਤੀ ਵੇਖੀ ਹੈ ਵੀ ਆਪਣੇ ਜਿਹੜੇ ਘਰ ਆ ਬਣੇ ਬਣਾਏ ਦੇਖੇ ਤੱਕੇ ਹੈ। ਕਲਾਵਾਨ ਜਾਣੇ ਮਨ ਮਾਹੀ। ਮਨ ਦੇ ਵਿੱਚ ਨਾ ਜਾਣਿਆ ਵੀ ਆ ਜੋ ਸੰਤ ਬੈਠੇ ਹੋਏ ਨਾ ਬ੍ਰਿਸ਼ ਥੱਲੇ, ਇਹ ਤੇ ਵੀ ਬੜੀ ਤਗੜੀ ਤਾਕਤ ਵਾਲੇ ਐ। ਸਿੱਖੀ ਲੈਣਾ ਹਿਰਦੈ ਤਬ ਚਾਹੀ। ਤਦੋਂ ਲੋਕਾਂ ਨੇ ਚਾਹਨਾ ਇੱਛਾ ਕੀਤੀ ਹੈ ਹਿਰਦੇ ਵਿੱਚ ਸਤਿਗੁਰੂ ਜੀ ਦੀ ਸਿੱਖਿਆ ਲੈਣ ਲਈ, ਸਿੱਖੀ ਲੈਣ ਲਈ। ਮਿਲ ਕਰ ਸਭਨਾ ਉਪਾਇ ਨ ਲੀਨੀ। ਲੋਕਾਂ ਨੇ ਖੁਸ਼ ਹੋ ਕੇ ਸਾਰਿਆਂ ਨੇ ਜਿਹੜੀਆਂ ਭੇਟਾਂ ਹੈ ਉਹ ਬਹੁਤੀਆਂ ਲੈ ਲਈਆਂ ਹੈ ਮਿਲ ਜੁਲ ਕੇ। ਆਏ ਗੁਰੂ ਕੋ ਬੰਧਨ ਕੀਨੀ। ਗੁਰੂ ਮਹਾਰਾਜ ਜੀ ਦੇ ਚਰਨਾਂ ਉੱਪਰ
ਆ ਕੇ ਨਮਸਕਾਰਾਂ ਕੀਤੀਆਂ ਤੇ ਭੇਟਾਵਾਂ ਰੱਖ ਦਿੱਤੀਆਂ ਹੈ। ਪਾਹਲ ਪਾਗ ਕੀ ਲੀਨੀ ਤਬ ਹੀ। ਤਦੋਂ ਆਉਂਦੇ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਪੌਲ ਉਹ ਸਭ ਨੇ ਲਈ ਹੈ। ਨਿਕਟ ਸਿੰਧ ਕਾ ਗ੍ਰਾਮ ਜੇ ਸਭ ਹੀ। ਇੱਧਰ ਸਮੁੰਦਰ ਦੇ ਨੇੜੇ ਨੇੜੇ ਜਿੰਨੇ ਵੀ ਹੋ ਸਾਰੇ ਪਿੰਡ ਨਗਰ ਵਸਦੇ ਸੀ। ਧਰਮਸਾਲ ਸਿੱਖੀ ਪ੍ਰਗਟਾਨੇ। ਗੁਰੂ ਗੁਰੂ ਸਾਹਿਬ ਜੀ ਨੇ ਸਿੱਖੀ ਪ੍ਰਗਟ ਕੀਤੀ ਹੈ। ਧਰਮ ਦੀ ਜਗ੍ਹਾ ਜਿਹੜੀ ਸੋਹਣੀ ਬਣਾ ਦਿੱਤੀ ਹੈ ਸਤਸੰਗ ਵਾਸਤੇ। ਨਾਮ ਦਾਨ ਜਪ ਭੇ ਸਨਾਨੇ। ਸਭ ਨੂੰ ਉਪਦੇਸ਼ ਕੀਤਾ ਵੀ ਭਾਈ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਨਾ, ਫਿਰ ਨਾਮ ਦੀ ਕਮਾਈ ਕਰਨੀ, ਧਰਮ ਦੀ ਕਿਰਤ ਕਰਕੇ ਦਾਨ ਕਰਨਾ ਹੈ। ਸਤਿਗੁਰ ਕੇ ਸਿਮਰਨ ਮਹਿ ਲਾਗੇ। ਜਦੋਂ ਗੁਰੂ ਮਹਾਰਾਜ ਜੀ ਨੇ ਉਪਦੇਸ਼ ਕੀਤਾ ਵੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਇਹ ਸਿਮਰਨ ਕਰਨਾ ਨਾਮ ਦਾ। ਅੰਮ੍ਰਿਤ ਵੇਲੇ ਉੱਠ ਕੇ ਸਾਰੇ ਗੁਰੂ ਮਹਾਰਾਜ ਬਚਨ ਮੰਨ ਕੇ ਸਤਿਨਾਮ ਵਾਹਿਗੁਰੂ ਦੇ ਸਿਮਰਨ ਵਿੱਚ ਲੱਗ ਗਏ ਹੈ। ਭਗਤ ਭਾਉ ਮੈਂ ਮਨ ਅਨਰਾਗੇ। ਵਾਹਿਗੁਰੂ ਦੀ ਜਿਹੜੀ ਪ੍ਰੇਮਾ ਭਗਤੀ ਹੈ ਨਾ ਸਭ ਤੋਂ ਮਹਾਨ। ਜਿਸ ਪ੍ਰੇਮਾ ਭਗਤੀ ਦਾ ਵਾਹਿਗੁਰੂ ਪਰਮੇਸ਼ਰ ਭੁੱਖਾ ਹੈ, ਜਿਹਦੇ ਕਰਕੇ ਵਸ ਹੋ ਜਾਂਦਾ ਹੈ, ਉਹ ਐਸੀ ਪ੍ਰੇਮਾ ਭਗਤੀ ਦੇ ਇਹ ਮਨ ਵਿੱਚ ਪ੍ਰੇਮੀ ਪਿਆਰੇ ਹੋਏ ਆ ਲੋਕ। ਕਿਦਕ ਦਿਵਸ ਰਹਿ ਦੇ ਉਪਦੇਸਾ। ਕੁਝ ਕੁ ਦਿਨ ਗੁਰੂ ਮਹਾਰਾਜ ਜੀ ਇਸ ਨਗਰ ਵਿੱਚ ਹੀ ਰਹਿ ਕੇ ਸਭ ਨੂੰ ਉਪਦੇਸ਼ ਦਿੱਤਾ ਹੈ। ਵਿਦਾ ਹੋਏ ਗਮਨੇ ਜਗਤੇ ਸਾ। ਜਗਤ ਦੇ ਮਾਲਕ ਸਤਿਗੁਰੂ ਜੀ ਫਿਰ ਇਹਨਾਂ ਸਾਰੇ ਨਗਰ ਦੇ ਲੋਕਾਂ ਕੋ ਬੜੇ ਪਿਆਰ ਨਾਲ ਵਿਦਾ ਹੋ ਕੇ ਤੇ ਚਲੇ ਗਏ। ਹਾਰੂਪੁਰ ਇੱਕ ਟਾਪੂ ਮਾਹੀ। ਇੱਕ ਜਿਹੜਾ ਟਾਪੂ ਸੀ ਸਮੁੰਦਰ ਵਿੱਚ, ਖੁਸ਼ਕ ਥਾਂ, ਜਿਹੜੀ ਸਮੁੰਦਰ ਵਿੱਚ ਉੱਚੀ ਥਾਂ ਹੁੰਦੀ ਜਿੱਥੇ ਕੋਈ ਲੋਕ ਵਸੇ ਹੋਣ, ਉਹ ਹਾਰੂਪੁਰ ਨਾਮ ਦਾ ਇੱਕ ਟਾਪੂ ਸੀ। ਤਹਾਂ ਚਲਨ ਕੀ ਭੀ ਮਨ ਚਾਹੀ। ਗੁਰੂ ਸਾਹਿਬ ਜੀ ਨੇ ਵੀ ਉੱਥੇ ਲੋਕ ਬੜੇ ਵਿਚਾਰੇ ਭੁੱਲੇ ਭਟਕੇ ਪਏ ਹੈ, ਸੱਚੇ ਮਾਰਗ ਤੋਂ ਉੱਕੇ ਪਏ ਹੈ, ਜਿਸ ਕਰਕੇ ਉੱਥੇ ਚੱਲਣ ਦੀ ਮਹਾਰਾਜ ਨੇ ਮਨ 'ਚ ਚਾਹਨਾ ਕੀਤੀ ਹੈ, ਮਨ ਵਿੱਚ ਇੱਛਾ ਹੋਈ ਹੈ। ਮਰਦਾਨੇ ਸੋ ਬੋਲੇ ਤਬ ਹੀ। ਤਦੋਂ ਹੀ ਸਤਿਗੁਰੂ ਮਹਾਰਾਜ ਭਾਈ ਮਰਦਾਨੇ ਨਾਲ ਬਚਨ ਬੋਲੇ। ਵਾਹਿਗੁਰੂ ਜਪ ਆਵਹ ਸਭ ਹੀ। ਮਹਾਰਾਜ ਕਹਿੰਦੇ ਵੀ ਤੁਸੀਂ ਸਾਰੇ ਜਿਹੜਾ ਹੈ ਨਾ ਭਾਈ ਮਰਦਾਨਾ ਬਾਲਾ ਆ ਵਾਹਿਗੁਰੂ ਵਾਹਿਗੁਰੂ ਸਾਰੇ ਜਪਦੇ ਆਓ ਪਿੱਛੇ ਪਿੱਛੇ। ਉਪਰ ਸਾਗਰ ਕੇ ਕਿਰਪਾਲਾ। ਸਮੁੰਦਰ ਦੇ ਉੱਪਰ ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ। ਹਮ ਕੋਲੇ ਗਮਨੇ ਤਤਕਾਲਾ। ਹਮ ਕੋਲੇ ਗਮਨੇ ਤਤਕਾਲਾ। ਭਾਈ ਬਾਲਾ ਜੀ ਕਹਿੰਦੇ ਵੀ ਸਮੁੰਦਰ ਦੇ ਉੱਪਰ ਗੁਰੂ ਮਹਾਰਾਜ ਸਾਨੂੰ ਲੈ ਕੇ ਚੱਲ ਪਏ। ਗੁਰੂ ਕਰੈ ਸੋਹੰ ਕੋ ਜਾਪੋ। ਗੁਰੂ ਮਹਾਰਾਜ ਉਸ ਵੇਲੇ ਸੋਹੰ 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 ਇਹ ਜਾਪ ਕਰਨ ਲੱਗੇ। ਚੱਲੇ ਜਾਤ ਕਿਵ ਸ਼ੁਭੈ ਨਾ ਆਪੋ। ਗੁਰੂ ਮਹਾਰਾਜ ਤੇ ਸੋਹੰ ਜਾਪ ਇਹ ਕਰਦੇ ਸੀ ਵੀ ਸੋਹੰ ਉਹ ਮੈਂ ਹਾਂ, ਉਹ ਮੈਂ ਹਾਂ। ਕੀ ਭਾਵ ਵੀ ਪਰਮੇਸ਼ਰ ਜੋ ਉਹ ਹੈ, ਹੰ ਵੀ ਮੈਂ ਉਹੀਓ ਹਾਂ। ਗੁਰੂ ਮਹਾਰਾਜ ਤੇ ਹੈ ਵੀ ਉਹ ਹੀ। ਗੁਰੂ ਨਾਨਕ ਦੇਵ ਗੋਬਿੰਦ ਰੂਪ ਜਿਸ ਕਰਕੇ ਮਹਾਰਾਜ ਜਾਪ ਕਰ ਰਹੇ ਸੀ। ਇਹ ਭਾਈ ਬਾਲਾ ਕਹਿੰਦੇ ਵੀ ਚੱਲੇ ਜਾ ਰਹੇ ਸਹੀ ਸਮੁੰਦਰ ਉੱਪਰ ਤਿੰਨੇ ਜਾਣੇ। ਗੁਰੂ ਅੰਗਦ ਦੇਵ ਸਾਹਿਬ ਜੀ ਕਿਸੇ ਤਰ੍ਹਾਂ ਵੀ ਜਿਹੜਾ ਸਮੁੰਦਰ ਦਾ ਜਲ ਉਹ ਸਾਨੂੰ ਸਾਡੇ ਚਰਨਾਂ ਨੂੰ ਛੋਹ ਹੀ ਨਹੀਂ ਸੀ ਰਿਹਾ। ਆ ਜਿਵੇਂ ਰੜੇ ਮੈਦਾਨ ਤੇ ਚੱਲੀਦਾ ਐਵੇਂ ਚੱਲੇ ਜਾ ਰਹੇ ਸਾਂ। ਸਾਗਰ ਵਿੱਚ ਪਹੁੰਚੇ ਜਬ ਹੀ। ਜਦੋਂ ਹੀ ਸਮੁੰਦਰ ਦੇ ਵਿਚਕਾਰ ਜੇ ਪਹੁੰਚੇ ਹਾਂ। ਜਾਪ ਵਾਹਿਗੁਰੂ ਤਾਜ ਕਰ ਤਬ ਹੀ। ਜੋ ਭਾਈ ਮਰਦਾਨਾ ਹੈ ਉਹਨੇ ਸੁਣਿਆ ਵੀ ਮਹਾਰਾਜ ਸਾਨੂੰ ਕਹਿੰਦੇ ਵੀ ਵਾਹਿਗੁਰੂ ਵਾਹਿਗੁਰੂ ਜਪੋ। ਆਪ ਜਿਹੜਾ ਹੈ ਹੋਰੀ ਮੰਤਰ ਜਪ ਰਹੇ ਸੋਹੰ ਸੋਹੰ। ਇਹ ਆਪ ਦੇ ਇੰਨਾ ਸੌਖਾ ਮੰਤਰ ਸਾਨੂੰ ਵਾਹਿਗੁਰੂ ਵਾਹਿਗੁਰੂ ਦੇ ਦਿੱਤਾ ਹੈ। ਵਾਹਿਗੁਰੂ ਵਾਹਿਗੁਰੂ ਜਾਪ ਨੂੰ ਛੱਡ ਕੇ ਸੋਹੰ ਕਰਨ ਲੱਗਾ ਮਰਦਾਨਾ। ਭਾਈ ਮਰਦਾਨਾ ਵੀ ਗੁਰੂ ਜੀ ਦੀ ਰੀਸ ਕਰਦਾ ਹੈ
ਤੇ ਸੋਹੰ ਸੋਹੰ ਦਾ ਜਾਪ ਕਰਨ ਲੱਗਾ। ਸ੍ਰੀ ਗੁਰ ਸਮਤਾ ਚਾਹਤ ਅਯਾਨਾ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ, ਇਹ ਜੋ ਭਾਈ ਮਰਦਾਨਾ ਨਾ ਗੁਰੂ ਨਾਨਕ ਸਾਹਿਬ ਜੀ ਦੀ ਬਰਾਬਰੀ ਕਰਨਾ ਚਾਹੁੰਦਾ ਬੇਸਮਝ। ਬੂਢਨ ਲੱਗਾ ਸਿੰਧ ਕੇ ਮਾਹੀ। ਜਦੋਂ ਹੀ ਉਹ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸੇ ਵੇਲੇ ਸਮੁੰਦਰ ਦੇ ਵਿੱਚ ਭਾਈ ਮਰਦਾਨਾ ਦੇ ਡੁੱਬਣ ਲੱਗਾ ਹੈ। ਬਹੁ ਡੁਬਕੀ ਲੀਨੀ ਜਬ ਤਾਹੀ। ਜਦੋਂ ਬਹੁਤ ਆ ਡੁਬਕੀਆਂ ਜੀ ਲਈਆਂ, ਗੋਤੇ ਜੇ ਖਾਦੇ ਐ। ਦੋਹਰਾ ਗਰੀਬ ਫੇਰ ਸ੍ਰੀ ਗੁਰ ਪਿਖਾ। ਤੇ ਉਹ ਮਹਾਰਾਜ ਜੀ ਮੌਜ ਵਿੱਚ ਚਲੇ ਜਾ ਰਹੇ ਸੀ, ਜਦੋਂ ਵੇਖਿਆ ਵੀ ਪਿੱਛੇ ਆ ਕੁੜਕੁੜ ਜੀ ਦੀ ਆਵਾਜ਼ ਹੀ ਆਉਂਦੀ ਡੁੱਬਣ ਦੀ, ਤੇ ਗੁਰੂ ਮਹਾਰਾਜ ਨੇ ਆਪਣੀ ਜਿਹੜੀ ਪਵਿੱਤਰ ਗਰਦਨ ਜੀ ਘੁਮਾ ਕੇ ਦੇਖਿਆ ਪਿਛਾਂ ਵੱਲ। ਭੀਗ ਗਏ ਜਿਹ ਚੀਰ। ਜਿਸ ਭਾਈ ਮਰਦਾਨੇ ਦੇ ਜਿਹੜੇ ਸਾਰੇ ਵਸਤਰ ਭਿੱਜੇ ਪਏ ਸੀਆਂ, ਸੀਸ ਤੱਕ ਸਭ ਗੜੁੱਚੂ ਹੋਏ ਪਏ ਸਨ। ਬੂਢਤ ਤਿਹ ਕੋ ਜਾਣ ਕਾ। ਮਹਾਰਾਜ ਭਾਈ ਮਰਦਾਨੇ ਨੂੰ ਡੁੱਬਦਾ ਜਾਣ ਕੇ ਵੀ ਇਹ ਡੁੱਬ ਰਿਹਾ ਹੈ, ਡੁੱਬਕੀਆਂ ਜੇ ਮਾਰਦਾ ਪਿੱਛੇ। ਬੋਲੇ ਗੁਣੀ ਗਹੀਰਾ। ਗੁਣਾਂ ਦੇ ਸਮੁੰਦਰ ਗੁਰੂ ਨਾਨਕ ਸਾਹਿਬ ਜੀ ਗੁਰਬਾਣੀ ਦੇ ਬਚਨ ਬੋਲੇ ਐ। ਸ੍ਰੀ ਮੁਖ ਵਾਕ ਗੁਰ ਕਹਿਆ ਸਾਕਾਰ ਕਮਾਵਹੁ। ਮਹਾਰਾਜ ਕਹਿੰਦੇ ਐ ਵੀ ਹੇ ਭਾਈ ਮਰਦਾਨਾ, ਜੋ ਗੁਰੂ ਕਹੇ ਨਾ, ਜੋ ਗੁਰ ਕਹੇ ਸੋਈ ਭਲ ਮੰਨਹੁ। ਜੋ ਗੁਰੂ ਕਹਿਣ ਉਹਨੂੰ ਭਲਾ ਮੰਨਣਾ ਚਾਹੀਦਾ, ਸਿੱਖ ਦਾ ਧਰਮ ਹੈ। ਤੇ ਗੁਰੂ ਨੇ ਜੋ ਕਿਹਾ ਹੈ ਨਾ, ਭਾਵ ਜੋ ਅਸਾਂ ਨੇ ਕਿਹਾ ਹੈ, ਹੇ ਭਾਈ ਮਰਦਾਨਾ, ਉਹ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਰੂਪੀ ਤੂੰ ਕਾਰ ਨੂੰ ਕਮਾਓ, ਇਹੋ ਸੇਵਾ ਕਮਾ। ਗੁਰ ਕੀ ਕਰਨੀ ਕਾਹੇ ਧਾਵਹੁ। ਗੁਰੂ ਦੀ ਦੱਸੀ ਹੋਈ ਜਿਹੜੀ ਭਗਤੀ ਕਰਨੀ ਆ, ਉਹ ਤੋਂ ਤੂੰ ਕਾਹਨੂੰ ਦੌੜਦਾ ਵੀ ਗੁਰੂ ਸੋਹੰਗ ਜਪਦੇ ਆ ਤੇ ਮੈਂ ਵਾਹਿਗੁਰੂ ਵਾਹਿਗੁਰੂ ਜਪਦਾ, ਇਹ ਕੀ ਗੱਲ ਹੈ? ਮੈਂ ਹੀ ਸੋਹੰਗ ਜਪਾਂਗਾ, ਤੂੰ ਐਵੇਂ ਗੁਰੂ ਦੀ ਬਰਾਬਰੀ ਨਹੀਂ ਕਰੀਦੀ। ਜੋ ਗੁਰ ਕਹੇ ਉਹਦੇ ਵਿੱਚ ਹੀ ਰਹਿਣਾ ਚਾਹੀਦਾ। ਗੁਰੂ ਦੀ ਦੱਸੀ ਹੋਈ ਜਿਹੜੀ ਭਗਤੀ ਕਰਨੀ, ਉਹ ਤੋਂ ਕਾਹਨੂੰ ਦੌੜਦਾ ਹੈ ਮਰਦਾਨਿਆ। ਜੋ ਪਈ ਸੁਨ ਸਮਝਿਓ ਪਨ ਮਨ ਮਰਦਾਨਾ। ਗੁਰੂ ਸਾਹਿਬ ਜੀ ਦੇ ਐਸੇ ਬਚਨ ਸੁਣ ਕੇ ਭਾਈ ਮਰਦਾਨਾ ਸਮਝਿਆ ਵੀ ਗੁਰੂ ਮਹਾਰਾਜ ਤੇ ਮੇਰੀ ਜਾਣ ਗਏ ਕਿ ਮੈਂ ਪਿੱਛੇ ਹੇਰ ਫੇਰ ਕਰਦਾ ਸਾਂ। ਵਾਹਿਗੁਰੂ ਕੋ ਜਾਪ ਬਖਾਨਾ। ਉਸੇ ਬੜੇ ਮਾਨੀ ਮਨ ਚ ਮਹਾਰਾਜ ਬਖਸ਼ੋ ਅਣਜਾਣ ਹਾਂ, ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਹਿ ਦਿੱਤਾ। ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਪਏ। ਅਗਰਜ ਹੀ ਸਮ ਚਲਤਾ ਭਇਓ। ਜਿਵੇਂ ਪਹਿਲਾਂ ਭਾਈ ਮਰਦਾਨਾ ਸਮੁੰਦਰ ਵਿੱਚ ਚੱਲਿਆ ਜਾ ਰਿਹਾ ਸੀ ਨਾ, ਉਸੇ ਤਰ੍ਹਾਂ ਚੱਲਣ ਲੱਗਾ। ਫੇਰ ਸਿੰਧ ਬੂਢਨੇ ਤੇ ਰਹਿ ਗਇਓ। ਸਮੁੰਦਰ ਵਿੱਚ ਡੁਬਕੀਆਂ ਗੋਤੇ ਖਾਣੋਂ ਸਰੀਰ ਜਿਹੜਾ ਡੁੱਬਣ ਤੋਂ ਰਹਿ ਗਿਆ, ਬਚ ਗਿਆ ਹੈ। ਇਸ ਪ੍ਰਕਾਰ ਗੇ ਸਾਗਰ ਪਾਰਾ। ਤਾਂ ਹੀ ਮਹਾਰਾਜ ਕਹਿੰਦੇ ਹੈ ਭਾਈ ਗੁਰ ਕੀ ਮਤ ਤੂੰ ਲਿਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਤੂੰ ਗੁਰੂ ਦੀ ਮਤ ਭਾਈ ਲੈ ਲਾ, ਕਿਉਂਕਿ ਗੁਰੂ ਦੀ ਮਤ ਬਿਨਾ ਜਿਨ੍ਹਾਂ ਨੇ ਆਪਣੀ ਮਰਜ਼ੀ ਕੀਤੀ ਉਹ ਭਗਤੀ ਨਹੀਂ ਕਰ ਸਕਦੇ, ਜਿਸ ਕਰਕੇ ਉਹ ਇਆਣੇ ਬੇਸਮਝ ਵਿਚਾਰੇ ਡੁੱਬ ਗਏ ਹੈ। ਤੂੰ ਐਵੇਂ ਗੁਰੂ ਦੀ ਮੱਤ ਲੈ, ਗੁਰੂ ਦੀ ਮੱਤ ਨਾਲ ਹੀ ਤੇਰਾ ਪਾਰ ਉਤਾਰਾ ਹੈ ਭਾਈ। ਪਹੁੰਚ ਇਸ ਪ੍ਰਕਾਰ ਗੇ ਸਾਗਰ ਪਾਰਾ। ਇਸ ਤਰ੍ਹਾਂ ਸਤਿਗੁਰੂ ਜੀ ਸਮੁੰਦਰ ਤੋਂ ਪਾਰ ਹੋ ਗਏ। ਪਹੁੰਚੇ ਟਾਪੂ ਕੇਰ ਮਝਾਰਾ। ਇਹ ਜਿਹੜਾ ਹਾਰੂਪੁਰ ਟਾਪੂ ਖੁਸ਼ਕ ਥਾਂ, ਇਹਦੇ ਵਿੱਚ ਮਹਾਰਾਜ ਜਾ ਪਹੁੰਚੇ। ਹਾਰੂ ਨਗਰ ਵਿਖੇ ਜਬ ਗਏ। ਜਦੋਂ ਹੀ ਹਾਰੂਪੁਰ ਨਗਰ ਦੇ ਵਿੱਚ ਸਤਿਗੁਰੂ ਜੀ ਪ੍ਰਵੇਸ਼ ਹੋ ਗਏ। ਇੱਕ ਤਰ ਨੀਚੇ ਬੈਠਤ ਭਏ। ਇੱਕ ਜਿਹੜਾ ਰੁੱਖ ਸੀ ਉਹਦੇ ਹੇਠਾਂ ਬੈਠ ਗਏ। ਇੱਥੇ ਹੀ ਬਾਰ-ਬਾਰ ਹੀ ਬੈਠੇ ਸਨ ਮਹਾਰਾਜ। ਭੂਪ ਪਰਜਾ ਤਿਹ ਦੇਸ਼ ਮਝਾਰੀ। ਇੱਥੇ ਇਸ ਦੇਸ਼ ਵਿੱਚ ਰਾਜਾ ਤੇ ਰਾਜੇ ਦੀ ਪਰਜਾ ਸਮੇਤ ਸਭ ਸਰੇਵਰੇ ਕੀ ਅਨਸਾਰੀ। ਸਾਰੇ ਇੱਕ ਜੈਨੀ ਗੁਰੂ ਬਣਿਆ ਹੋਇਆ ਸੀ। ਜੰਤਰਾਂ ਮੰਤਰਾਂ ਕਰਕੇ ਉਹ ਜੈਨੀ ਗੁਰੂ ਦੇ ਅਨਸਾਰੀ ਆਗਿਆ ਵਿੱਚ ਰਹਿੰਦੇ ਸੀ। ਤਿਹ ਕੇ ਢਿਗ ਤੇ ਲੈ ਉਪਦੇਸਾ। ਉਸ ਜੈਨੀ ਦੰਭੀ ਗੁਰੂ ਤੋਂ ਉਪਦੇਸ਼ ਲੈ ਕਰਕੇ ਹੁਤੋ ਸਿੱਖ ਸਗਰੋਈ ਦੇਸਾ। ਇਹ ਸਾਰਾ ਜਿਹੜਾ ਇਲਾਕਾ ਸੀ
ਉਹ ਜਰਨੀ ਗੁਰੂ ਦਾ ਹੀ ਸਿੱਖ ਹੋਇਆ ਪਿਆ ਸੀ। ਜਬ ਬਰਖਾ ਕੀ ਹੋਵਹਿ ਚਾਹੀ, ਜਦੋਂ ਹੀ ਇੱਥੋਂ ਦੇ ਲੋਕਾਂ ਨੂੰ, ਰਾਜੇ ਨੂੰ, ਪ੍ਰਜਾ ਨੂੰ ਵਰਖਾ ਮੀਂਹ ਦੀ ਚਾਹਨਾ ਹੁੰਦੀ ਵੀ ਹੁਣ ਮੀਂਹ ਪਵਾ ਲਈਏ। ਜਾਚਤ ਨਰ ਸਭ ਤਿਹ ਕੇ ਪਾਹੀ, ਸਾਰੇ ਜਿਹੜੇ ਪੁਰਸ਼ ਹੈ ਉਹਦੇ ਜਨਨੀ ਗੁਰੂ ਦੇ ਪਾਸ ਜਾ ਕੇ ਤੇ ਮੰਗਦੇ ਆ ਵੀ ਗੁਰੂ ਜੀ ਆ ਮੀਂਹ ਦੀ ਕਿਰਪਾ ਕਰ ਦਿਓ ਹੁਣ। ਜੰਤਰ ਮੰਤਰ ਕਰ ਸੋ ਬਰਖਾਵੈ, ਉਹ ਜੰਤਰ ਮੰਤਰ ਕਰਕੇ ਤੇ ਜਿਹੜਾ ਮੀਂਹ ਵਰਸਾ ਦਿੰਦਾ ਸੀ। ਸਭ ਤੇ ਆਪਣੋ ਨਾਮ ਜਪਾਵੈ, ਇਸ ਤਰ੍ਹਾਂ ਜੰਤਰਾਂ ਮੰਤਰਾਂ ਦੇ ਸਹਾਰੇ ਮੀਂਹ ਜਦ ਪਾ ਲੈਂਦਾ ਤੇ ਸਭ ਤੋਂ ਆਪਣਾ ਹੀ ਨਾਮ ਜਪਾਉਂਦਾ ਵੀ ਮੇਰਾ ਹੀ ਨਾਮ ਜਪੋ, ਮੇਰਾ ਹੀ ਧਿਆਨ ਧਰੋ, ਨਿਸਬਾਸਰ ਭੂਲ ਕੇ ਔਰ ਕੋ ਨਾਮ ਨਾ ਲੀਜੈ। ਐ ਮਸੰਦਾਂ ਵਾਲਾ ਕੰਮ ਜਿਹਾ ਫੜਿਆ ਹੋਇਆ ਸੀ, ਕਹਿੰਦਾ ਮੈਂ ਹੀ ਮੈਨੂੰ ਹੀ ਜਪੋ ਤੁਸੀਂ। ਦੋਹਰਾ ਤਾਤ ਕਾਮਨਾ ਕਰਹਿ ਜੋ ਵੀ ਪੁਰਸ਼ ਆਪਣੇ ਪੁੱਤਰ ਮੰਗਣ ਦੀ ਕਾਮਨਾ ਕਰਦੇ ਵੀ ਗੁਰੂ ਜੀ ਮੇਰੇ ਘਰ ਪੁੱਤਰ ਧੀ ਹੋ ਜਾਏ, ਸੁਤ ਦੇਵਹਿ ਤਿਹ ਤਾਮ, ਉਹਦੇ ਘਰ ਉਸੇ ਵੇਲੇ ਜੰਤਰਾਂ ਮੰਤਰਾਂ ਦੀ ਸ਼ਕਤੀ ਨਾਲ ਪੁੱਤਰ ਦੇ ਦਿੰਦਾ ਸੀ ਇਹ ਜੈਨੀ ਗੁਰੂ। ਅਪਰ ਪਦਾਰਥ ਚਾਹੇ ਕੋ, ਜੇ ਕੋਈ ਹੋਰ ਕਿਸੇ ਪਦਾਰਥ ਦੀ ਚਾਹਨਾ ਇੱਛਾ ਕਰਦਾ ਵੀ ਆ ਫਲਾਣਾ ਪਦਾਰਥ ਵੀ ਮੈਨੂੰ ਮਿਲ ਜਾਏ, ਪੂਰਹਿ ਸਭ ਹੀ ਕਾਮ, ਤੇ ਸਾਰਿਆਂ ਦੀ ਜਿਹੜੀਆਂ ਕਾਮਨਾਵਾਂ ਭਾਵਨਾਵਾਂ ਪੂਰਨ ਕਰਦਾ ਸੀ ਜੈਨੀ ਗੁਰੂ। ਚਉਪਈ ਤਿਹ ਕੋ ਭਜਨ ਕਰੈ ਨਰ ਸਭ ਹੀ, ਇਹਦਾ ਜਿਹੜਾ ਭਜਨ ਹੈ ਜਿਸ ਕਰਕੇ ਸਾਰੇ ਮਾਈ ਭਾਈ ਕਰਦੇ ਸਨ, ਬਸ ਜੈਨੀ ਗੁਰੂ ਗੁਰੂ ਹੀ ਹੁੰਦੀ ਸੀ। ਸਤਨਾਮ ਸਿਮਰਹਿ ਨਹਿਤ ਕਬਹੀ, ਸਤਿਨਾਮ ਵਾਹਿਗੁਰੂ ਦਾ ਜਿਹੜਾ ਜਾਪ ਹੈ ਨਾ, ਭਾਈ ਬਾਲਾ ਜੀ ਕਹਿੰਦੇ ਆ ਗੁਰੂ ਅੰਗਦ ਦੇਵ ਸਾਹਿਬ ਜੀ, ਜੋ ਸੱਚਾ ਨਾਮ ਪਰਮੇਸ਼ਰ ਦਾ ਉਹਨੂੰ ਤੇ ਕਦੀ ਯਾਦ ਹੀ ਨਹੀਂ ਸੀ ਕਰਦੇ ਲੋਕ, ਕਦੀ ਸਿਮਰਦੇ ਨਹੀਂ ਸਨ ਵੀ ਸਤਿਨਾਮ ਵਾਹਿਗੁਰੂ ਵੀ ਕੋਈ ਪਰਮੇਸ਼ਰ ਦਾ ਨਾਮ ਹੈਗਾ ਹੈ। ਗਾਵਨ ਲੱਗਾ ਬੈਠ ਮਰਦਾਨਾ, ਜਦੋਂ ਇੱਥੇ ਬ੍ਰਿਸ਼ ਦੇ ਹੇਠਾਂ ਬੈਠੇ ਆ ਗੁਰੂ ਸਾਹਿਬ ਜੀ ਤੇ ਭਾਈ ਮਰਦਾਨਾ ਹੋਣੀ, ਔਰ ਬਾਵਜਾ ਲੈ ਕੇ ਤੇ ਸ਼ਬਦ ਗਾਉਣ ਲੱਗੇ ਐ। ਉਪਮਾ ਸ੍ਰੀ ਕਰਤਾਰ ਮਹਾਨਾ, ਜਿਸ ਸ਼ਬਦ ਵਿੱਚ ਪਰਮੇਸ਼ਰ ਅਕਾਲ ਪੁਰਖ ਦੀ ਬਹੁਤ ਜਿਹੜੀ ਮਹਾਨੀ ਉਪਮਾ ਵਡਿਆਈ ਹੈ। ਤਿਹ ਸ਼ਿਨ ਨਰ ਸਮੀਪ ਬਹੁ ਆਏ, ਹੁਣ ਕਮਾਈ ਪਰਮੇਸ਼ਰ ਜਿੱਥੇ ਹੋਵੇ ਉੱਥੇ ਕਿਉਂ ਨਾ ਕੋਈ ਆਵੇ, ਜਿਸ ਕਰਕੇ ਸ਼ਬਦ ਨੂੰ ਸੁਣਦੇ ਆ ਉਸੇ ਸਮੇਂ ਇਹ ਨਗਰ ਦੇ ਬਹੁਤ ਲੋਕ ਉੱਥੇ ਆ ਪਹੁੰਚੇ। ਸੁਨਹਿ ਸ਼ਬਦ ਕੋ ਪ੍ਰੀਤ ਬੜਾਏ, ਬੜੀ ਪ੍ਰੀਤੀ ਪ੍ਰੇਮ ਜਾ ਵਧਾ ਕੇ ਤੇ ਗੁਰੂ ਮਹਾਰਾਜ ਪਾਸੋਂ ਜਿਹੜਾ ਹੈ ਜੋ ਭਾਈ ਮਰਦਾਨਾ ਸ਼ਬਦ ਗਾ ਰਿਹਾ ਸੀ ਨੂੰ ਸੁਣ ਰਹੇ ਐ। ਪਾਸ਼ੇ ਤੇ ਸੋ ਪੂਸ਼ਨ ਲਾਗੇ, ਜਦੋਂ ਸ਼ਬਦ ਦੀ ਸਮਾਪਤੀ ਹੋਈ ਆ ਤੇ ਇਹ ਸਾਰੇ ਜਿਹੜੇ ਐ ਆਏ ਹੋਏ ਇਹ ਸਤਿਗੁਰੂ ਜੀ ਤੋਂ ਤੇ ਭਾਈ ਮਰਦਾਨਾ ਤੋਂ ਪੁੱਛਣ ਲੱਗੇ, ਇਸ ਕੋ ਅਰਥ ਕਹੋ ਹਮ ਆਗੇ। ਕਹਿਣ ਲੱਗੇ ਵੀ ਮਹਾਰਾਜ ਆ ਜਿਹੜਾ ਸ਼ਬਦ ਉਚਾਰਨ ਕੀਤਾ ਬੜਾ ਸੋਹਣਾ ਕੀਰਤਨ ਰੂਪ ਵਿੱਚ, ਇਹਦੇ ਵੀ ਜਿਹੜੇ ਅਰਥ ਆ ਉਹ ਵੀ ਸਾਡੇ ਸਾਹਮਣੇ ਕਹੋ ਦੱਸੋ ਜੀ। ਸ੍ਰੀ ਗੁਰ ਕਹਿ ਭਜੋ ਹਰ ਨਾਮ, ਗੁਰੂ ਮਹਾਰਾਜ ਕਹਿਣ ਲੱਗੇ ਵੀ ਸ਼ਬਦ ਵਿੱਚ ਇਹ ਕਿਹਾ ਗਿਆ ਹੈ ਵੀ ਜਿਹੜਾ ਵਾਹਿਗੁਰੂ ਵਾਹਿਗੁਰੂ ਦਾ ਨਾਮ ਹੈ ਨਾ ਸੱਚਾ, ਉਹਦਾ ਭਜਨ ਕਰੋ, ਉਹਨੂੰ ਸਿਮਰੋ। ਅੰਤ ਸਮਹਿ ਜੋ ਆਵਹਿ ਕਾਮ, ਜੋ ਅੰਤ ਸਮੇਂ ਪਰਮੇਸ਼ਰ ਦਾ ਨਾਮ ਤੁਹਾਡੇ ਕੰਮ ਆਏਗਾ, ਉਹ ਵਾਹਿਗੁਰੂ ਦਾ ਨਾਮ ਹੀ ਅਸਲੀ ਮਿੱਤਰ ਹੈ, ਹੋਰ ਕੋਈ ਮਿੱਤਰ ਨਹੀਂ ਹੈ। ਮਾਤ ਪਿਤਾ ਭਾਈ ਸਤਬੰਤਾ ਇਹ ਕੁਝ ਮਿੱਤਰ ਨਹੀਂ ਹੈ, ਇਹਦੇ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਿ ਕੋ ਨਾ ਸਹਾਈ। ਜੈ ਮਾਤ ਪਿਤਾ ਸਤਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ। ਇਹ ਜਿੱਥੇ ਸਹਾਇਤਾ ਨਹੀਂ ਨਾ ਕਰ ਸਕਦੇ, ਜਿੱਥੇ ਪੈਸਾ ਨਹੀਂ ਸਹਾਇਤਾ ਕਰ ਸਕਦਾ, ਜਿੱਥੇ ਕਰਮ ਸਹਾਇਤਾ ਜਿਹੜੇ ਨਹੀਂ ਕਰ ਸਕਦੇ, ਉੱਥੇ ਪਰਮੇਸ਼ਰ ਦਾ ਜਿਹੜਾ ਨਾਮ ਤੁਹਾਡੀ ਸਹਾਇਤਾ ਕਰੇਗਾ। ਇਹ ਪੱਲੇ ਤੋਸਾ ਹੈ, ਹਰ ਕਾ ਨਾਮ ਊਹਾ ਸੰਗ ਤੋਸਾ ਹੈ ਨਾਲ। ਵਿਖਾ ਬਿਕਾਰ ਅਲਪ ਸੁਖ ਤਿਆਗੋ, ਵਾਕਈ ਵੀ ਜੋ ਮਨ ਵਿੱਚ ਵਿਸ਼ਿਆਂ ਦੇ ਵਿਕਾਰ ਹੈ, ਵਿਕਾਰਾਂ ਦੇ ਵਿਸ਼ੇ ਹੈ, ਤੁੱਛ
ਜਿਨ੍ਹਾਂ ਦੇ ਸੁੱਖ ਹੈ ਉਹ ਸਾਰੇ ਛੱਡ ਦਿਓ, ਇਹ ਤੇ ਅਲਪ ਸੁੱਖ ਹਨ। ਭਾਉ ਭਗਤ ਸੋ ਔਰ ਅਨੁਰਾਗੋ। ਵਾਹਿਗੁਰੂ ਦੀ ਜਿਹੜੀ ਪ੍ਰੇਮਾ ਭਗਤੀ ਹੈ ਉਹਦੇ ਨਾਲ ਹਿਰਦੇ ਵਿੱਚ ਪ੍ਰੇਮੀ ਪਿਆਰੇ ਹੋ। ਦੋਹਰਾ ਸੁਨ ਕਾ ਨਰ ਬੋਲਤ ਭਏ। ਸੁਣ ਕੇ ਇਹ ਜਿਹੜੇ ਇੱਥੋਂ ਦੇ ਲੋਕ ਸੀ ਇਹ ਸਾਰੇ ਬੋਲਣ ਲੱਗੇ, ਹਮਾਰੋ ਗੁਰ ਹੈ ਜੋਏ। ਕਹਿਣ ਲੱਗੇ ਵੀ ਮਹਾਰਾਜ ਅਸੀਂ ਵੀ ਕੀ ਕਰਨਾ ਹੈ, ਆ ਸਾਡਾ ਜੋ ਗੁਰੂ ਹੈ ਜਾਨੀ, ਨਾਮ ਜਪਾਵਤ ਆਪਨਾ। ਉਹ ਤੇ ਆਪਣਾ ਹੀ ਜਿਹੜਾ ਨਾਮ ਸਾਨੂੰ ਜਪਾਉਂਦਾ ਵੀ ਮੇਰਾ ਹੀ ਨਾਮ ਜਪੋ। ਕਹਿ ਨਾ ਕਰਤਾ ਕੋਏ। ਉਹ ਕਹਿੰਦਾ ਵੀ ਹੈ ਨਹੀਂ ਕੋਈ ਪਰਮੇਸ਼ਰ ਕਰਤਾ ਕੋਈ ਨਹੀਂ ਹੈਗਾ, ਹੋਗਾ ਚੁੱਪ ਕਰਕੇ ਤੇ ਮੇਰਾ ਹੀ ਨਾਮ ਜਪੋ, ਮੀਂਹ ਪਾ ਦਿਆਂਗਾ ਮੈਂ। ਚੌਪਈ ਜੈਸੇ ਬ੍ਰਿਖ ਬੀਜ ਤੇ ਜਮ ਹੈ। ਜਿਸ ਤਰ੍ਹਾਂ ਵੀ ਆ ਸੁਣੋ, ਆ ਬ੍ਰਿਸ਼ ਤੋਂ ਬੀਜ ਜੰਮ ਜਾਂਦਾ ਹੈ, ਪੈਦਾ ਹੋ ਜਾਂਦਾ ਹੈ। ਬੀਜ ਬ੍ਰਿਖ ਤੇ ਹੋਇ ਅਬਰਾਮ ਹੈ। ਫਿਰ ਬੀਜ ਤੋਂ ਹੀ ਬ੍ਰਿਸ਼ ਜਿਹੜਾ ਬੜਾ ਸੁੰਦਰ ਹੋ ਜਾਂਦਾ ਹੈ। ਪਹਿਲਾਂ ਉਹ ਬ੍ਰਿਸ਼ ਤੋਂ ਬੀਜ, ਫਿਰ ਉਹਦੇ ਵਿੱਚ ਬੀਜ ਪੈਦਾ ਹੋ ਜਾਂਦੇ ਫਲਾਂ ਵਿੱਚ, ਉਹਨਾਂ ਬੀਜਾਂ ਤੋਂ ਹੀ ਫਿਰ ਸੁੰਦਰ ਬ੍ਰਿਸ਼ ਪੈਦਾ ਹੋ ਜਾਂਦੇ, ਜੰਮ ਜਾਂਦੇ ਐ। ਤਿਉ ਮਾਨੁਖ ਤੇ ਮਾਨੁਖ ਹੋਏ। ਤੇਵੇਂ ਬਸ ਮਨੁੱਖ ਤੋਂ ਮਨੁੱਖ ਪੈਦਾ ਹੋ ਰਹੇ, ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ। ਅਪਰ ਨਾ ਕਰਤਾ ਲਖੀਏ ਕੋਏ। ਇਸ ਕਰਕੇ ਮੇਰਾ ਉਪਦੇਸ਼ ਮੰਨੋ, ਬਿਲਕੁਲ ਹੋਰ ਕੋਈ ਕਰਤਾ ਪਰਮੇਸ਼ਰ ਮਾਲਕ ਹੈ ਨਹੀਂ, ਕੋਈ ਰੱਬ ਰੂਪ ਕਿਸੇ ਨੂੰ ਨਾ ਕੋਈ ਜਾਣੀਏ ਜੂਣੀਏ, ਹੈ ਨਹੀਂ ਕੋਈ ਰੱਬ ਰੂਪ। ਇਸ ਤਰ੍ਹਾਂ ਇਹਦੇ ਉਹ ਗੱਲ ਹੈ ਵੀ ਜਿਵੇਂ ਬੀਜ ਤੋਂ ਬ੍ਰਿਸ਼, ਬ੍ਰਿਸ਼ ਤੋਂ ਬੀਜ, ਮਨੁੱਖ ਤੋਂ ਮਨੁੱਖ, ਅੰਨ ਤੋਂ ਅੰਨ। ਜਿਵੇਂ ਦਸਮ ਪਿਤਾ ਮਹਾਰਾਜ ਜੀ ਨੇ ਵੀ ਆਪਣੀ ਪਾਵਨ ਪਵਿੱਤਰ ਰਚਨਾ ਵਿੱਚ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਦੱਸਿਆ ਹੋਇਆ, ਆ ਜਿਹੜੇ ਅਨੀਸ਼ਰਵਾਦੀ ਲੋਕ ਜਿਹੜੇ ਰੱਬ ਨੂੰ ਨਹੀਂ ਮੰਨਦੇ, ਹੈ ਨਹੀਂ ਕੋਈ ਰੱਬ ਰੂਪ, ਕਿਹੜਾ ਰੱਬ ਐਵੇਂ ਤੂੰ ਭਗਤ ਆਇਆ ਵੱਡਾ, ਵੇਖ ਲਾਂਗੇ ਜਦੋਂ ਰੱਬ ਆਏਗਾ। ਤੇ ਉਹ ਵੀ ਇਸ ਤਰ੍ਹਾਂ ਹੀ ਕਹਿੰਦੇ ਆ ਵੀ ਅੰਨ ਤੇ ਅੰਨ ਜੀਓ, ਅੰਨ ਤੇ ਅੰਨ ਹੋਤ ਜੀਓ। ਉਹ ਕਹਿੰਦੇ ਆ ਵੀ ਜੈਸੇ ਅੰਨ ਤੇ ਅੰਨ ਜੀਓ ਹੋਤ ਹੈ, ਜਿਸ ਤਰ੍ਹਾਂ ਵੀ ਅੰਨ ਤੋਂ ਅੰਨ ਦੇ ਉਹ ਤੋਂ ਜੀਵ ਪੈਦਾ ਹੁੰਦਾ ਹੈ, ਘਾਸ ਘਾਸ ਤੇ ਹੋਤ ਤੈਸੇ ਮਨੁੱਛ ਤੇ ਅਵਰ ਨ ਕਰਤਾ ਕੋਈ। ਕਹਿੰਦੇ ਵੀ ਉਸੇ ਤਰ੍ਹਾਂ ਮਨੁੱਖ ਤੋਂ ਮਨੁੱਖ ਪੈਦਾ ਹੁੰਦਾ ਹੈ। ਜੈਸੇ ਅੰਨ ਤੇ ਜੀਓ, ਤੇ ਕਹਿੰਦੇ ਵੀ ਜਿਵੇਂ ਅੰਨ ਤੋਂ ਅੰਨ ਪੈਦਾ ਹੁੰਦਾ ਹੈ ਉਸੇ ਤਰ੍ਹਾਂ ਹੀ ਇਹ ਮਨੁੱਖ ਪੈਦਾ ਹੋਈ ਜਾਂਦੇ, ਘਾਸ ਘਾਸ ਤੇ ਹੋਏ ਤੈਸੇ ਮਨੁੱਛ ਤੇ ਅਵਰ ਨਾ ਕਰਤਾ ਕੋਈ। ਹੈ ਨਹੀਂ ਕੋਈ ਮਨੁੱਖ ਪਰਮੇਸ਼ਰ ਹੈ ਨਹੀਂ ਕੋਈ। ਇਹ ਤੇ ਐਵੇਂ ਅੱਗੇ ਮਨੁੱਖ ਹੀ ਪੈਦਾ ਕਰੀ ਜਾਂਦਾ ਤਾਂ ਹੋਈ ਜਾਂਦੇ ਆ, ਪਰ ਉਹ ਇਹ ਨਹੀਂ ਜਾਣਦੇ ਵੀ ਆ ਕਈਆਂ ਦੇ ਘਰ ਹੁੰਦਾ ਨਹੀਂ ਹੈ, ਤੇ ਫਿਰ ਉਹ ਮਨੁੱਖ ਕਿਉਂ ਨਾ ਪੈਦਾ ਕਰ ਸਕਿਆ ਕਿਸੇ ਨੂੰ। ਅੰਨ ਵੀ ਤੂੰ ਥੋੜ੍ਹੀ ਪੈਦਾ ਕਰਦਾ ਹੈ, ਤੂੰ ਥੋੜ੍ਹਾ ਜਿਹੜਾ ਕਿਸੇ ਨੂੰ ਕੁਝ ਦੇ ਰਿਹਾ ਹੈ। ਪਰ ਉਹ ਜਿਹੜੇ ਐਵੇਂ ਕੋਈ ਆਪਣੇ 'ਤੇ ਭਰੋਸਾ ਕਰਨ ਵਾਲੇ, ਉਹ ਕਹਿੰਦੇ ਵੀ ਹੈ ਨਹੀਂ ਕੋਈ ਰੱਬ ਰੂਪ, ਮੈਂ ਨਹੀਂ ਮੰਨਦਾ, ਬਿਲਕੁਲ ਨਹੀਂ ਕੋਈ ਹੈ, ਹੋਂਦ ਮਨੁੱਖ ਦੀ ਹੈ, ਮਨੁੱਖ ਤੋਂ ਹੀ ਸਭ ਕੁਝ ਹੋਇਆ ਹੈ। ਇਹ ਜਿਹੜਾ ਗਿਆਨੀ ਗੁਰੂ ਇਹ ਵੀ ਇਹੋ ਜਿਹੇ ਪੱਟੀਆਂ ਪੜ੍ਹਾਉਂਦਾ ਸੀ ਵੀ ਹੋਰ ਤੁਸੀਂ ਕੋਈ ਕਰਤਾ ਨਾ ਮੰਨੋ, ਮੇਰਾ ਤੁਸੀਂ ਨਾਮ ਜਪੋ। ਇਸੋ ਹਮ ਹੈ ਉਪਦੇਸ਼ ਦ੍ਰਿੜਾਇਓ। ਐਸਾ ਮਹਾਰਾਜ ਉਸਨੇ ਸਾਨੂੰ ਉਪਦੇਸ਼ ਪੱਕਾ ਕੀਤਾ ਵੀ ਬਿਲਕੁਲ ਕਿਸੇ ਕੋ ਡਰਨ ਦੀ ਲੋੜ ਨਹੀਂ ਹੈ। ਨਾਨਾ ਜਗਤ ਸੰਗ ਸਮਝਾਇਓ। ਬਹੁਤੀਆਂ ਦਲੀਲਾਂ ਨਾਲ ਸਾਨੂੰ ਸਮਝਾਇਆ ਵੀ ਆਹ ਵੇਖ ਲਓ, ਬੀਜ ਤੋਂ ਰੁੱਖ, ਰੁੱਖ ਤੋਂ ਬੀਜ, ਅੰਨ ਤੋਂ ਅੰਨ, ਤੇ ਮਨੁੱਖ ਤੋਂ ਮਨੁੱਖ ਪੈਦਾ ਹੁੰਦਾ, ਐਵੇਂ ਨਾ ਡਰਿਆ ਕਰੋ। ਆਸ ਸੰਭਾਖਣ ਕਰ ਨਰ ਤਬ ਹੀ। ਆਸ ਸੰਭਾਖਣ ਐਸਾ ਜਿਹੜਾ ਚੰਗਾ ਭਲੀ ਪ੍ਰਕਾਰ ਸੋਹਣਾ ਕਹਿਣਾ ਸੁਣਨਾ ਕਰਕੇ ਆਪ ਆਪਣੇ ਘਰ ਗੇ ਸਭ ਹੀ। ਉਹ ਸਾਰੇ ਪੁਰਸ਼ ਜਿਹੜੇ ਆਪੋ ਆਪਣੇ ਘਰਾਂ ਨੂੰ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਚਲੇ ਗਏ। ਦੋਹਰਾ
ਬਰਖਾ ਤਬ ਤੇ ਹਟ ਗਈ। ਪਰ ਕਹਿੰਦੇ ਵੀ ਤਦੋਂ ਤੋਂ ਬਰਖਾ ਜਿਹੜੀ ਉਹ ਤੇ ਹਟੀ ਗਈ, ਖਤਮੀ ਹੋ ਗਈ ਸੀ। ਜਬ ਕੇ ਬੈਠੇ ਜਾਏ ਜਦੋਂ ਦੇ ਗੁਰੂ ਨਾਨਕ ਸਾਹਿਬ ਜੀ ਜਾ ਕੇ ਬੈਠੇ ਸਨ, ਲੱਗੇ ਖੇਤ ਸੂਕਨ ਸਰਬ। ਜਿੰਨੇ ਖੇਤ ਹਰੇ ਭਰੇ ਹੋਏ ਸੀ ਨਾ, ਉਹ ਪਾਣੀ ਤੋਂ ਬਿਨਾਂ ਸਾਰੇ ਸੁੱਕਣ ਲੱਗੇ ਉਸ ਵੇਲੇ। ਕੋ ਨਹਿ ਹੋਤ ਉਪਾਏ ਕੋਈ ਜਿਹੜਾ ਉਪਰਾਲਾ ਹੀਲਾ ਹੋ ਹੀ ਨਹੀਂ ਰਿਹਾ ਸੀ ਮੀਂਹ ਪੈਣ ਦਾ, ਪਾਣੀ ਦਾ। ਚੌਪਈ ਖਿੰਚੀ ਕਲਾ ਤਾਹੇ ਕੀ ਸਗਰੀ। ਕਿਉਂਕਿ ਗੁਰੂ ਮਹਾਰਾਜ ਜੀ ਨੇ ਜਿਹੜਾ ਜਾਨੀ ਗੁਰੂ ਹੈ, ਥੋੜੀ ਬਹੁਤੀ ਸ਼ਕਤੀ ਲਈ ਫਿਰਦਾ ਸੀ ਜੰਤਰਾਂ ਮੰਤਰਾਂ ਦੀ, ਐਵੇਂ ਕੁਝ ਤੁਸ਼ ਉਹ ਮਹਾਰਾਜ ਨੇ ਖਿੱਚ ਲਈ ਸੀ ਇਹਦੀ। ਜੋ ਗੁਰ ਬਣਿਆ ਹੋਤ ਸਭ ਨਗਰੀ। ਜਿਸ ਸ਼ਕਤੀ ਕਰਕੇ ਸਾਰੀ ਨਗਰੀ ਦਾ ਐਵੇਂ ਗੁਰੂ ਬਣਿਆ ਬੈਠਾ ਸੀ ਪੂਜਨੀਕ। ਜਬ ਬਰਖਾ ਕੀ ਪੀ ਬਹੁ ਚਾਹੀ। ਜਦੋਂ ਲੋਕਾਂ ਦੇ ਬਰਖਾ ਦੀ ਬਹੁਤ ਹੀ ਚਾਹਨਾ ਜੀ ਹੋਈ, ਇੱਛਾ ਹੋਈ ਹੈ। ਨਰ ਮਿਲ ਕੇ ਸਰੇਵਰੇ ਪਾਹੀ। ਨਗਰ ਦੇ ਲੋਕ ਪੁਰਸ਼ ਇਕੱਠੇ ਹੋ ਕੇ ਇਸ ਸਰੇਵੜੇ ਜਾਨੀ ਗੁਰੂ ਦੇ ਪਾਸ ਗਏ। ਆਪਨ ਮੰਤਰ ਬਿਦ ਆਪਣਾ ਮੰਤਰ ਬਿਦ ਸੰਗ ਉਚਾਰਿਓ। ਉਹ ਗਏ ਹੈ, ਕਹਿੰਦੇ ਵੀ ਉਹ ਗੁਰੂ ਆ ਇੱਧਰ ਤੇ ਲੂੰਦਾ ਫਿਰ ਚੱਲਿਆ ਖੇਤੀ ਨੂੰ, ਤੂੰ ਕੋਈ ਮੰਤਰ ਛੱਡ, ਮੀਂਹ ਮਾਂ ਪੈ ਜਾਏ। ਕਹਿੰਦੇ ਵੀ ਇਹਨੇ ਆਪਣੇ ਮੰਤਰਾਂ ਨੂੰ ਵਿਧੀ ਨਾਲ ਜਿਹੜਾ ਉਚਾਰਿਆ, ਬਹੁਤ ਢੰਗ ਤਰੀਕੇ ਨਾਲ ਮੰਤਰ ਨੂੰ ਕਿਹਾ ਹੈ। ਮੇਹੋ ਨਾ ਪਰਾ ਜਤਨ ਕਰ ਹਾਰਿਓ। ਮੀਂਹ ਕੋਈ ਪਿਆ ਹੀ ਨਹੀਂ ਹੈ, ਜਤਨ ਹੱਥ ਪੱਲਾ ਮਾਰ ਕੇ ਹਾਰ ਗਿਆ। ਭਏ ਨਿਰਾਸ ਲੋਕ ਘਰ ਜਾਏ। ਘਰ ਆਏ ਲੋਕ ਬੜੇ ਨਿਰਾਸ਼ ਹੋਏ ਐ, ਤੇ ਘਰਾਂ ਨੂੰ ਆ ਕੇ ਵੀ ਆਦੇ ਹੁਣ ਤੇ ਗੁਰੂ ਵੀ ਫਿੱਕਾ ਪੈ ਗਿਆ ਸਾਡਾ। ਔਰ ਚਿੰਤਾ ਤੁਰ ਦੁੱਖ ਕੋ ਪਾਏ। ਹਿਰਦੇ ਵਿੱਚ ਚਿੰਤਾ ਨਾਲ ਬਹੁਤ ਵਿਆਕੁਲ ਹੋ ਕੇ ਸਭ ਨੇ ਦੁੱਖ ਪਾਏ ਐ। ਕਿਦਕ ਜੇ ਬੈਠੇ ਗੁਰ ਟਿਗਾਈ। ਕੁਝ ਕੁ ਜਿਹੜੇ ਗੁਰੂ ਦੇ ਪਾਸ ਕੋਲ ਆ ਬੈਠੇ ਸਿਆਣੇ ਸਿਆਣੇ, ਤੇਨਾ ਸਾ ਬੂਜਤ ਗਿਰਾ ਲਾਈ। ਉਹਨਾਂ ਨੂੰ ਗੁਰੂ ਮਾਂ ਨੇ ਬਚਨ ਕਿਹਾ ਤੇ ਪੁੱਛ ਗਿੱਛ ਕਰਨ ਲੱਗੇ। ਕਿਉਂ ਚਿੰਤਾ ਤੁਰ ਤੁਮ ਹੋ ਬੈਸੇ। ਮਹਾਰਾਜ ਕਹਿੰਦੇ ਵੀ ਹੇ ਭਾਈ ਨਗਰ ਦੇ ਲੋਕੋ, ਕਿਉਂ ਤੁਸੀਂ ਚਿੰਤਾ ਨਾਲ ਵਿਆਕਲ ਹੋ ਕੇ ਤੇ ਐਵੇਂ ਮੁਰਝਾਏ ਜੇ ਹੋਏ ਬੈਠੇ ਹੋ। ਕਹੋ ਕੁਕਾਜ ਭਇਓ ਹੈ ਕੈਸੇ। ਵੀ ਕੈਸੇ, ਕੋਈ ਗੱਲ ਕੋਈ ਖੋਟਾ ਮਾੜਾ ਕੰਮ ਹੋ ਗਿਆ ਹੈ? ਜੇ ਮਾੜਾ ਕੰਮ ਹੋ ਗਿਆ ਤਾਂ ਵੀ ਸਾਨੂੰ ਦੱਸੋ। ਸੁਣ ਬੋਲੇ ਜੇ ਮਨ ਜ ਦੁਖਾਰੇ। ਸੁਣ ਕੇ ਇਹ ਬੋਲੇ ਜਿਹੜੇ ਚਾਰੇ ਮਨੁੱਖ ਬੜੇ ਦੁਖੀ ਹੋਏ ਪਏ ਐ। ਜਲ ਬਿਨ ਸੂਕੇ ਸਰਬ ਕਿਨਾਰੇ। ਕਹਿਣ ਲੱਗੇ ਵੀ ਮਹਾਰਾਜ ਵੀ ਕਹਿਣਾ ਕੀ ਹੈ, ਦੁਖੀ ਕੀ ਹੋਣਾ, ਮੀਂਹ ਕੋਈ ਪੈ ਨਹੀਂ ਰਿਹਾ, ਪਾਣੀ ਤੋਂ ਬਿਨਾਂ ਖੇਤੀ ਦੇ ਜਿਹੜੇ ਸਾਡੇ ਖੇਤ ਸਾਰੇ ਸੁੱਕ ਚੱਲੇ ਐ। ਮੇਹੋ ਦੇਤ ਥੋ ਗੁਰੂ ਹਮਾਰਾ। ਆ ਸਾਡਾ ਇੱਕ ਗੁਰੂ ਹੈ ਜਾਨੀ, ਉਹ ਸਾਨੂੰ ਮੀਂਹ ਦੇ ਦਿੰਦਾ ਸੀ ਮੰਤਰ ਜਿਹਾ ਕਹਿ ਕੇ। ਅਬ ਕਹਿ ਰਹੇ ਹੋ ਨਾ ਬਰਖਿਓ ਬਾਰਾ। ਹੁਣ ਉਹ ਬੜਾ ਕਹਿ ਰਿਹਾ ਤੇ ਜਿਹੜਾ ਮਹਾਰਾਜ ਜਲ ਤੇ ਕਦੇ ਵਰਖਿਆ ਹੀ ਨਹੀਂ ਹੈ, ਆ ਪਾਣੀ ਦੀ ਤੇ ਕਦੇ ਬੂੰਦ ਨਹੀਂ ਪਈ। ਇਸ ਪ੍ਰਕਾਰ ਤੇ ਚਿੰਤਾ ਹੋਈ। ਇਸੇ ਕਰਕੇ ਸਾਨੂੰ ਚਿੰਤਾ ਹੋਈ ਆ ਵੀ ਖੇਤੀ ਕੋਈ ਹੋਣੀ ਨਹੀਂ ਆ, ਅੰਨ ਕੋਈ ਹੋਣਾ ਨਹੀਂ ਆ, ਆ ਕੀ ਖਾਵਾਂਗੇ, ਬਾਲ ਬੱਚਾ ਸਭ ਮਰ ਮੁਰ ਜਾਏਗਾ। ਕ੍ਰਿਖ ਕੋ ਹੋਏ ਉਪਾਏ ਨਾ ਕੋਈ। ਖੇਤੀ ਕੋਈ ਹੋਣੀ ਨਹੀਂ ਹੈ ਤੇ ਯਤਨ ਕੋਈ ਮੀਂਹ ਦਾ ਪਾਣੀ ਦਾ ਹੋ ਨਹੀਂ ਰਿਹਾ ਜੀ। ਸ੍ਰੀ ਗੁਰ ਕਹਾ ਸਿਮਰੋ ਸਤਨਾਮ। ਗੁਰੂ ਮਹਾਰਾਜ ਕਹਿਣ ਲੱਗੇ ਵੀ ਫਿਕਰ ਕਾਹਨੂੰ ਕਰਦੇ ਹੋ, ਜੋ ਸਤਨਾਮ ਵਾਹਿਗੁਰੂ ਹੈ ਨਾ ਪਰਮੇਸ਼ਰ ਦਾ ਨਾਮ, ਉਹਨੂੰ ਪੂਰੀ ਭਾਈ ਸਿਮਰੋ, ਯਾਦ ਕਰੋ। ਦੋਹੋਂ ਲੋਕ ਮਹਿ ਆਵੈ ਕੰਮ। ਉਹ ਇਹ ਨਹੀਂ ਵੀ ਇੱਥੇ ਮੀਂਹ ਕੱਲਾ ਪਾ ਦੇਗਾ, ਉਹ ਤੇ ਦੋਹਾਂ ਲੋਕਾਂ ਵਿੱਚ ਹੀ ਕੰਮ ਆਏਗਾ। ਇੱਥੇ ਉੱਥੇ ਰਖਵਾਲਾ ਹੈ ਪਰਮੇਸ਼ਰ ਦਾ ਨਾਮ। ਤਾਜ ਸਰੇਵਰੇ ਕੀ ਅਬ ਸੇਵਾ। ਜਿਹੜੇ ਤੁਸੀਂ ਕਰਦੇ ਨਾ ਜੈਨੀ ਗੁਰੂ ਦੀ ਸੇਵਾ, ਉਹ ਗੁਜੈਨੀ ਗੁਰੂ ਦੰਭੀ ਦੀ ਸੇਵਾ ਛੱਡ ਦਿਓ ਹੁਣ। ਜਾਚਹੁ ਏਕੰਕਾਰ ਭੇਵਾ। ਭੇਦ ਤੋਂ ਰਹਿਤ ਜੋ ਇੱਕ ਓਂਕਾਰ ਪਰਮੇਸ਼ਰ ਹੈ, ਉਹਦੇ ਪਾਸੋਂ ਹੀ ਮੰਗੋ। ਦੱਤਾ ਦਾਤਾ ਏਕ ਹੈ, ਸਭ ਕੋ ਦੇਵਨਹਾਰ
ਉਹੀਓ ਭਾਈਓ ਸਭ ਨੂੰ ਦਿੰਦਾ, ਉਹਦੇ ਕੋਲ ਮੰਗੋ ਤੁਸੀਂ। ਚਾਹੋ ਹਿਰਦੇ ਜੋ ਪਾਵਹੁ ਸੋ, ਜੋ ਵੀ ਤੁਸੀਂ ਹਿਰਦੇ ਵਿੱਚ ਚਾਹੋਗੇ ਉਹ ਪਾ ਲਓਗੇ। ਉਹ ਮਨ ਭਾਉਂਦੇ ਫਲ ਦਿੰਦਾ ਪਰਮੇਸ਼ਰ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਬਹੁਰ ਨਾ ਚਿੰਤਾ ਵਿਆਪਹਿ ਕੋ, ਫਿਰ ਤੁਹਾਨੂੰ ਕੋਈ ਚਿੰਤਾ ਜਿਹੜੀ ਨਹੀਂ ਲੱਗੇਗੀ, ਤੁਸੀਂ ਉਸ ਮਾਲਕ ਦੀ ਸ਼ਰਨ ਲੈ ਲਓ। ਤਰਹੁ ਅਡੋਲੰ ਸਰਦਾ ਜੀ ਕੀ, ਜਿਹੜੀ ਜੀ ਦੀ ਸ਼ਰਧਾ ਹੈ ਨਾ ਅੰਦਰਲੀ ਦਿਲ ਦੀ, ਉਹ ਵੀ ਤੁਸੀਂ ਅਡੋਲ ਰੱਖੋ, ਡਿੱਗੇ ਨਾ ਡੋਲੇ। ਕਦੀ ਇਹੋ ਜਿਹੀ ਸ਼ਰਧਾ ਨਹੀਂ ਕਰਨੀ ਹੈ। ਤਰਹੁ ਤਿਹਾਵਲ ਅਬ ਬਿਦਨੀ ਕੀ, ਹੁਣ ਅਸੀਂ ਤੁਹਾਨੂੰ ਕਹਿ ਦਿੰਦੇ, ਦੱਸ ਦਿੰਦੇ ਹਾਂ, ਉਹ ਚੰਗੀ ਵਿਧੀ ਢੰਗ ਤਰੀਕੇ ਨਾਲ ਜਿਹੜਾ 3 ਮੇਲ ਦਾ ਕੜਾਹ ਪ੍ਰਸ਼ਾਦ ਉਹਨੂੰ ਤਿਆਰ ਕਰੋ। ਜਬ ਅਰਦਾਸ ਕਰੋਗੇ ਤਾਂ ਕਿ, ਜਦੋਂ ਉਸ ਪਰਮੇਸ਼ਰ ਦੇ ਅੱਗੇ ਤੁਸੀਂ ਮੀਂਹ ਪੈਣ ਦੀ ਅਰਦਾਸ ਕਰੋਗੇ। ਬਰਖਾ ਬਰਖਾ ਮਿਤ ਨਹਿ ਜਾ ਕੀ, ਅਸੀਂ ਬਚਨ ਕਰਦੇ ਹਾਂ ਵੀ ਇੰਨਾ ਮੀਂਹ ਬਰਖੇਗਾ, ਇੰਨਾ ਮੀਂਹ ਪਏਗਾ, ਜਿਸ ਦਾ ਕੋਈ ਅੰਦਾਜ਼ਾ ਨਹੀਂ ਹੋਏਗਾ, ਗਿਣਤੀ ਮਿੰਤੀ ਨਹੀਂ ਰਹਿ ਜਾਏਗੀ। ਇਹ ਬਿਦ ਸੁਨ ਕੇ ਗੁਰੂ ਸਮੀਪਾ, ਇਸ ਤਰ੍ਹਾਂ ਸੁਣ ਕੇ ਸਾਰੇ ਲੋਕ ਹੀ ਗੁਰੂ ਸਾਹਿਬ ਜੀ ਦੇ ਕੋਲ ਪਾਸ ਨਰ ਚੱਲ ਗਏ ਨਿਗਟ ਅਵਨੀਪਾ। ਗੁਰੂ ਮਹਾਰਾਜ ਜੀ ਪਾਸੋਂ ਇਹ ਕੁਝ ਸੁਣ ਕੇ ਇਹ ਜਿੰਨੇ ਪੁਰਸ਼ ਸੀ ਨਾ, ਇਹ ਰਾਜੇ ਦੇ ਕੋਲ ਚਲੇ ਗਏ। ਸਰਬ ਬਿਰਤਾਂਤ ਤਬਹਿ ਕਹਿ ਦੀਨਾ, ਸਾਰਾ ਜਿਹੜਾ ਪ੍ਰਸੰਗ ਹੈ ਰਾਜੇ ਪਾਸ ਗਿਆ ਵੀ ਰਾਜਾ ਆ ਕੋਈ ਮੀਂਹ ਹੁਣ ਗੁਰੂ ਅੱਜ ਸਾਡੇ ਜੈਨੀ ਦੇ ਕਹਿਣ ਤੇ ਬਿਲਕੁਲ ਨਹੀਂ ਪੈਣਾ ਹੈ। ਆ ਬਾਹਰ ਇੱਕ ਸੰਤ ਆਏ ਹੋਏ ਬ੍ਰਿਸ਼ ਦੇ ਹੇਠਾਂ, ਉਹ ਕਹਿ ਰਹੇ ਵੀ ਤੁਸੀਂ ਸਤਿਨਾਮ ਵਾਹਿਗੁਰੂ ਨੂੰ ਸਿਮਰੋ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਤੇ ਵਾਹਿਗੁਰੂ ਵਾਹਿਗੁਰੂ ਸਿਮਰਦੇ ਖੜਿਆਂ ਹੋ ਕੇ ਹੱਥ ਜੋੜ ਕੇ ਅਰਦਾਸ ਕਰੋ, ਮੀਂਹ ਪੈ ਜਾਏਗਾ, ਗਿਣਤੀ ਮਿੰਤੀ ਤੋਂ ਰਹਿਤ। ਇਵੇਂ ਉਹਨਾਂ ਸਾਨੂੰ ਬਚਨ ਕਿਹਾ, ਅਸੀਂ ਤੁਹਾਡੇ ਪਾਸ ਆਏ ਹਾਂ। ਇਹ ਸਾਰਾ ਪ੍ਰਸੰਗ ਹੀ ਕਹਿ ਦਿੱਤਾ ਹੈ। ਹਿਤ ਸੋ ਮਿਲੇ ਤਿਹਾਵਲ ਕੀਨਾ, ਰਾਜਾ ਵੀ ਸਿਆਣਾ ਸੀ। ਉਂਝ ਵੀ ਜਦੋਂ ਬੰਦਾ ਮਾਰੀਦਾ ਹੋਵੇ, ਉਹ ਸਾਧ ਸੰਗਤ ਜੀ ਆਪਣੇ ਦੁੱਖ ਦੀ ਨਿਵਰਤੀ ਵਾਸਤੇ ਕੀ ਨਹੀਂ ਕਰਦਾ। ਇਹ ਪੁਰਸ਼ਾਰਥ ਵੀ ਸਭ ਨੂੰ ਸੁੱਖ ਦੀ ਪ੍ਰਾਪਤੀ ਚਾਹੀਦੀ, ਦੁੱਖ ਦੀ ਨਿਵਰਤੀ ਚਾਹੀਦੀ। ਉਹ ਭਾਵੇਂ ਕੋਈ ਜਾਨਵਰ ਵੀ ਹੋਵੇ, ਆ ਕੁੱਤਾ ਵੀ ਨਹੀਂ ਚਾਹੁੰਦਾ ਮੈਨੂੰ ਕੋਈ ਮਾਰੇ, ਕੀੜੀ ਨਹੀਂ ਚਾਹੁੰਦੀ ਮੈਨੂੰ ਕੋਈ ਮਾਰੇ, ਕੋਈ ਨਹੀਂ ਚਾਹੁੰਦਾ ਮੈਨੂੰ ਦੁੱਖ ਮਿਲੇ। ਸਾਰੇ ਸਭ ਸੁੱਖ ਮੰਗੇ, ਸਾਰੇ ਸੁੱਖ ਹੀ ਮੰਗਦੇ ਹੈ। ਇਹ ਹੁਣ ਰਾਜਾ ਸਿਆਣਾ ਸੀ, ਸਭ ਨੇ ਬੜੇ ਪ੍ਰੇਮ ਨਾਲ ਮਿਲ ਜੁਲ ਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਹੈ। ਕੀ ਅਰਦਾਸ ਜਬ ਕਰ ਜੋਰੀ, ਜਦੋਂ ਇਹਨਾਂ ਨੇ ਖੜਿਆਂ ਹੋ ਕੇ ਸੰਗਤ ਰੂਪ ਵਿੱਚ ਇਕੱਠਿਆਂ ਹੋ ਕੇ ਹੱਥ ਦੋਵੇਂ ਜੋੜ ਕੇ ਅਰਦਾਸ ਕੀਤੀ ਹੈ, ਤਬ ਹੀ ਉਠੀ ਘੜਾ ਕਨ ਕੋਰੀ। ਮਹਾਰਾਜ ਦੇ ਬਚਨ ਹੈ ਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਜਨ ਦੀ ਅਰਦਾਸ ਕਦੇ ਬਿਰਥੀ ਨਹੀਂ ਹੁੰਦੀ ਹੈ। ਇਸ ਕਰਕੇ ਅਰਦਾਸ ਕੀਤੀ ਹੈ। ਤੇ ਜਿਹੜਾ ਕਾਲੀਆਂ ਘਟਾਵਾਂ ਦੇ ਬੱਦਲ ਹੈ ਬੜੇ ਗਰਜੇ ਹੈ, ਉਸੇ ਵੇਲੇ ਕਾਲੀਆਂ ਘਟਾਂ ਉੱਠੀਆਂ ਹਨ ਆਕਾਸ਼ ਵਿੱਚ। ਬਾਰ ਧਰਾ ਪਰ ਪਰਿਓ ਵਿਸਾਲਾ, ਧਰਤੀ ਉੱਪਰ ਮੀਂਹ ਤੇ ਬਹੁਤ ਜ਼ਿਆਦਾ ਹੀ ਪਿਆ ਹੈ, ਅਣਗਿਣਤ ਮਿੰਤੀ ਤੋਂ ਰਹਿਤ। ਹਰਖ ਭਇਓ ਸਭ ਕੋ ਤਿਹ ਕਾਲਾ, ਬਾਰਿਸ਼ ਦਾ ਮੀਂਹ ਦੇਖ ਕੇ ਉਸ ਵੇਲੇ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਹੈ, ਪ੍ਰਸੰਨਤਾ ਹੋਈ ਹੈ। ਭੂਪ ਪਰਜਾ ਯੁਤ ਗੁਰੂ ਅਗਾਰੀ, ਭੂਪ ਰਾਜਾ ਵੀ ਪਰਜਾ ਦੇ ਸਹਿਤ ਸਾਰੇ ਗੁਰੂ ਮਹਾਰਾਜ ਜੀ ਦੇ ਅੱਗੇ ਆਏ ਨਮੋ ਕੀ ਬਿਨਾ ਉਚਾਰੀ, ਆਣ ਕੇ ਮੱਥੇ ਟੇਕੇ ਹੈ ਤੇ ਬਹੁਤ ਬੇਨਤੀਆਂ ਕਹੀਆਂ ਹੈ। ਤੁਮ ਆਨੰਦ ਕੇ ਕੰਦ ਮਕੰਦਾ, ਕਹਿੰਦੇ ਹੈ ਵੀ ਹੇ ਗੁਰੂ ਮਹਾਰਾਜ ਤੁਸੀਂ ਤੇ ਆਨੰਦ ਦੇ ਬੱਦਲ ਦਾਤੇ ਹੋ, ਮੁਕਤੀ ਦੇ ਦਾਤੇ ਹੋ ਜੀ। ਮੁਕੰਦ ਮੁਕੰਦ ਜਪੋ ਸੰਸਾਰ, ਸਭ ਜਗ ਬੰਦ ਦੁਤੀ ਜਗ ਚੰਦਾ, ਤੁਸੀਂ ਤੇ ਸਾਰੇ ਸੰਸਾਰ ਦੇ ਨਮਸਕਾਰ ਬੰਦਨਾ ਜੋਗ ਹੋ। ਤੇ ਜਿਹੜਾ ਦੂਜ ਦਾ ਚੰਦਰਮਾ ਉਹਦੇ ਵਾਂਗ ਪੂਜਨੀਕ ਹੋ। ਜਿਵੇਂ ਦੂਜ ਦਾ ਚੰਦਰਮਾ ਨੂੰ ਸਾਰੇ ਲੋਕ ਮੱਥਾ ਟੇਕਦੇ ਆ, ਜਦੋਂ ਤੀਜ ਚੌਥ ਦਾ ਚੰਦਰਮਾ ਹੋ ਜਾਂਦਾ ਉਹ ਕਲੰਕਤ ਉੱਥੋਂ ਸ਼ੁਰੂ ਹੋ ਜਾਂਦਾ ਹੈ।
ਦੂਜਦੇ ਚੰਦਰਮਾ ਨੂੰ ਸਾਰੇ ਮੱਥਾ ਟੇਕਦੇ ਹਨ। ਨਿਜ ਉਪਦੇਸ਼ ਦੀਜੀਏ ਅਬਹੀ। ਕਹਿ ਲੱਗੇ ਮਹਾਰਾਜ ਆਪਣਾ ਜਿਹੜਾ ਉਪਦੇਸ਼ ਆ ਪਵਿੱਤਰ ਉਹ ਸਾਨੂੰ ਦਈਏ। ਕਰਹੁ ਸਿੱਖ ਸੇਵਹਿ ਹਮ ਸਭਹੀ। ਸਿੱਖਿਆ ਦੇ ਕੇ ਸਾਨੂੰ ਆਪਣੇ ਸਿੱਖ ਕਰ ਲਓ, ਜਿਸ ਕਰਕੇ ਅਸੀਂ ਸਾਰੇ ਤੁਹਾਡੀ ਸੇਵਾ ਕਰਾਂਗੇ ਮਹਾਰਾਜ। ਕਲਾ ਵਿਸਾਲ ਬਿਲੋਕ ਤੁਮਾਰੀ। ਆਪ ਜੀ ਦੀ ਵੱਡੀ ਤਾਕਤ ਤੱਕ ਕੇ ਦੇਖ ਕੇ ਮਹਾਰਾਜ ਸਰਨ ਗਹੀ ਅਬ ਕਰਹੁ ਸੰਭਾਰੀ। ਅਸਾਂ ਨੇ ਤੁਹਾਡੀ ਸ਼ਰਨ ਫੜੀ ਹੈ, ਆ ਕਿਰਪਾ ਕਰਕੇ ਮਾਰਨ ਤੁਸੀਂ ਸਾਨੂੰ ਸੰਭਾਲੋ। ਸ਼ਰਨ ਪਰੇ ਕੀ ਰਾਖ ਦਿਆਲਾ। ਮਹਾਰਾਜ ਤੁਹਾਡੀ ਸ਼ਰਨ ਪਏ ਆ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਧ ਸੁਆਮੀ ਸੰਦਾ। ਦੋਹਰਾ ਪਗ ਕੀ ਪਾਹੁਲ ਦੀਨ ਗੁਰ। ਐਵੇਂ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਇਹਨਾਂ ਬੇਨਤੀਆਂ ਕੀਤੀਆਂ, ਚਰਨਾਂ ਦੀ ਪੌਲ ਦਿੱਤੀ ਹੈ ਸਭ ਨੂੰ। ਕੀਨੇ ਸਰਬ ਨਿਹਾਲ। ਸਾਰੇ ਨਿਹਾਲ ਹੀ ਕਰ ਦਿੱਤੇ ਹੈ, ਕਿਉਂਕਿ ਗੁਰੂ ਜਿਹੜੇ ਪੂਰਨ ਹਨ, ਗੁਰੂ ਨਾਨਕ ਸਾਹਿਬ ਸਤਿਗੁਰੂ ਨਾਨਕ ਪੂਰਾ ਬਚਨਾ ਕਾ ਸੂਰਾ। ਸਤਨਾਮ ਉਪਦੇਸ਼ ਕਰ। ਸਤਨਾਮ ਵਾਹਿਗੁਰੂ ਦਾ ਉਪਦੇਸ਼ ਕਰਕੇ ਸਭ ਨੂੰ ਕਾਟੇ ਬੰਦ ਵਿਸਾਲ। ਜਿਹੜੇ ਮੋਹ ਮਮਤਾ ਦੇ ਬੰਧਨ ਹੈ ਨਾ ਬਹੁਤੇ ਤਗੜੇ, ਉਹ ਸਾਰੇ ਮਾਰਨੇ ਕੱਟ ਦਿੱਤੇ ਹੈ। ਜਿਸ ਮੋਹ ਮਮਤਾ ਦੇ ਬੰਧਨਾਂ ਕਰਕੇ ਇਹ ਜੀਵ ਕਦੇ ਵਿਚਾਰਾ ਹਿੱਲ ਨਹੀਂ ਸਕਦਾ, ਬੱਝਿਆ ਰਹਿੰਦਾ ਹੈ। ਇਹ ਮੋਹ ਮਮਤਾ ਦੇ ਬੰਧਨ ਹੀ ਸੰਗਲਾਂ ਤੋਂ ਵੀ ਤਗੜੇ ਹੈ। ਅਜੇ ਸੰਗਲ ਵੀ ਵੈਲਡਿੰਗ ਨਾਲ ਕੱਟਿਆ ਜਾ ਸਕਦਾ ਹੈ, ਮੋਹ ਮਮਤਾ ਦਾ ਬੰਧਨ ਨਹੀਂ ਕੱਟਿਆ ਜਾ ਸਕਦਾ। ਉਹ ਗੁਰੂ ਮਹਾਰਾਜ ਨੇ ਸਤਿਨਾਮ ਵਾਹਿਗੁਰੂ ਦਾ ਉਪਦੇਸ਼ ਕਰਕੇ ਉਹ ਬੰਧਨ ਕੱਢ ਦਿੱਤੇ ਹੈ, ਜਿਸ ਕਰਕੇ ਸਾਰੇ ਮਹਾਰਾਜ ਦੇ ਪ੍ਰੇਮੀ ਪਿਆਰੇ ਹੋਏ ਹੈ। ਫਿਰ ਜਿਹੜਾ ਇਹ ਸਰੇਵੜਾ ਜੈਨੀ ਗੁਰੂ ਸੀ, ਇਹ ਜਿਵੇਂ ਲੋਕਾਂ ਨੂੰ ਭਰਮਾਇਆ ਹੋਇਆ ਸੀ, ਆਪਣੇ ਪੱਲੇ ਲਾਇਆ ਹੋਇਆ ਸੀ ਵੀ ਤੁਸੀਂ ਮੈਨੂੰ ਮੰਨੋ, ਹੈ ਨਹੀਂ ਕੋਈ ਰੱਬ ਰੁੱਬ, ਮੈਂ ਇਹ ਰੱਬ ਹਾਂ। ਇਹਨੂੰ ਬੜੀ ਸ਼ਰਮ ਆਈ ਜਦੋਂ ਮੀਂਹ ਨਾ ਪਿਆ ਇਹਦੇ ਕੋਲ ਅਤੇ ਸਤਿਗੁਰਾਂ ਨੇ ਪਵਾ ਦਿੱਤਾ। ਫਿਰ ਇਹਨਾਂ ਦੀ ਅਸਲੀਅਤ ਦੱਸਦੇ ਹੋਏ ਗੁਰੂ ਮਹਾਰਾਜ ਨੇ ਮਾਝਗੀ ਵਾਰ ਵਿੱਚ ਇੱਕ ਸ਼ਬਦ ਉਚਾਰਿਆ ਜੋ ਸਰੇੜਿਆਂ ਦੇ ਸੰਬੰਧ ਵਿੱਚ ਹੈ। ਉਹਦੀ ਕਥਾ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ, ਹੁਣ ਵੀ ਕਰ ਸਕਦੇ ਸਾਂ, ਪਰ ਉਹ ਸ਼ਬਦ ਥੋੜ੍ਹਾ ਵੱਡਾ ਹੈ, ਜਿਸ ਕਰਕੇ ਉਹਦੀ ਥੋੜ੍ਹੀ ਵਿਚਾਰ ਵੀ ਜਿਹੜੀ ਹੈ ਅਸਥੂਲ ਰੂਪ ਵਿੱਚ ਹੈ, ਭਾਵ ਥੋੜ੍ਹੀ ਵਿਸਥਾਰ ਨਾਲ ਹੈ। ਇਸ ਕਰਕੇ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਸਮਾਪਤੀ ਹੈ। ਪਗ ਕੀ ਪਾਹੁਲ ਦੀਨ ਗੁਰ। ਕੀਨੇ ਸਰਬ ਨਿਹਾਲ। ਸਤਨਾਮ ਉਪਦੇਸ਼ ਕਰ। ਕਾਟੇ ਬੰਦ ਵਿਸਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ